ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਚਾਰ ਚਿਹਰਿਆਂ ਦੇ ਉੱਤੇ ਪੰਜਾਬ ਦੀ ਸਾਰੀ ਰਾਜਨੀਤੀ ਸਿਮਟ ਗਈ ਆ। ਚੰਨੀ ਸਾਹਿਬ, ਸਿੱਧੂ ਸਾਹਿਬ, ਮਜੀਠੀਆ ਸਾਹਿਬ ਤੇ ਭਗਵੰਤ ਮਾਨ ਸਾਹਿਬ। ਤੇ ਚਾਰਾਂ ਚਿਹਰਿਆਂ ਦੇ ਵਿੱਚ ਅਸੀਂ ਇੱਕ ਕਾਮਨ ਚੀਜ਼ ਦੇਖਦੇ ਹਾਂ, ਇੱਕ ਦੂਜੇ ਦੇ ਖਿਲਾਫ ਚਾਰਜ ਸ਼ੀਟ ਅੰਡਰਕਰੰਟ ਚੱਲ ਰਿਹਾ। ਵੇਖੋ ਸਾਹਮਣੇ ਕੀ ਹੁੰਦਾ। ਪਬਲਿਕ ਕਹਿ ਰਹੀ ਹੈ ਕਿ ਸਾਨੂੰ ਸਿਸਟਮ ਦੇ ਵਿੱਚ ਬਦਲਾਅ ਚਾਹੀਦਾ ਤੇ ਕਿਹਦੇ ਕੋਲੋਂ ਕੀ ਉਮੀਦ ਕਰ ਰਹੀ ਆ ਪਬਲਿਕ, ਇਹ ਪਤਾ ਲੱਗੂ ਜਦੋਂ ਚੋਣਾਂ ਭੁਗਤ ਜਾਣਗੀਆਂ। 10 ਮਾਰਚ ਨੂੰ ਆਊਗਾ ਨਤੀਜਾ। ਨਾਲ ਦੀ ਨਾਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਪੰਜਾਬ ਦੀ ਸੱਤਾ ਨੂੰ ਹਾਸਿਲ ਕਰਨਾ ਚਾਹੁੰਦੀਆਂ ਨੇ ਸਿਆਸੀ ਪਾਰਟੀਆਂ, ਕੋਈ ਵੀ ਪਾਰਟੀ, ਕੋਈ ਵੀ ਸਿਆਸੀ ਆਗੂ, ਤਾਂ ਪੰਜਾਬ ਨੂੰ ਸਮਝੋ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝੋ, ਪੰਜਾਬ ਦਾ ਵੋਟਰ ਕੀ ਚਾਹੁੰਦਾ ਹੈ ਉਹ ਸਮਝੋ, ਕਿਉਂਕਿ ਤੁਹਾਨੂੰ ਹਜੇ ਤੱਕ ਪੰਜਾਬ ਦਾ ਵੋਟਰ ਹੀ ਸਮਝ ਨਹੀਂ ਆ ਰਿਹਾ। ਇਸ ਕਰਕੇ ਤੁਸੀਂ ਕੋਈ ਵੀ ਨੈਰੇਟਿਵ ਸੈੱਟ ਨਹੀਂ ਕਰ ਸਕਦੇ ਪਏ, ਤਾਂ ਸਭ ਜਗ੍ਹਾ ਇੱਕ ਕਨਫਿਊਜ਼ਨ ਚੱਲ ਰਿਹਾ। ਨਾਲ ਦੀ ਨਾਲ ਅਸੀਂ ਗੱਲ ਕਰਾਂਗੇ ਕਿ ਇੱਕ ਸੀਟ ਜਿਹੜੀ ਹੈ ਅੰਮ੍ਰਿਤਸਰ ਈਸਟ, ਜਿਹਦੇ ਉੱਤੇ ਮਜੀਠੀਆ ਸਾਹਿਬ ਤੇ ਸਿੱਧੂ ਸਾਹਿਬ ਇੱਕ ਦੂਜੇ ਨਾਲ ਮੁਕਾਬਲੇਬਾਜ਼ੀ ਦੇ ਵਿੱਚ ਨੇ, ਦੋਵੇਂ ਹੈਵੀ ਵੇਟ ਨੇ। ਵੇਖੋ ਕੌਣ ਜਿੱਤਦਾ। ਇਹ ਹੌਟ ਸੀਟ ਬਣੀ ਹੋਈ ਹੈ, ਸਭ ਦਾ ਧਿਆਨ ਇਹਦੇ ਉੱਤੇ ਆ ਤੇ ਇੱਕ ਚਰਚਾ ਬਣੀ ਹੋਈ ਆ ਕਿ ਇਹ ਸੀਟ ਪੂਰੀਆਂ ਚੋਣਾਂ ਦੇ ਉੱਤੇ ਪੰਜਾਬ ਦੀਆਂ ਜੋ 2022 ਵਿੱਚ ਹੋ ਰਹੀਆਂ ਕੀ ਅਸਰ ਪਾਊਗੀ। ਤਾਂ ਬਹੁਤ ਸਾਰੇ ਮੁੱਦੇ, ਬਹੁਤ ਸਾਰੀਆਂ ਗੱਲਾਂ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ ਪੰਜਾਬ ਚਰਚਾ ਦੇ ਵਿੱਚ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਤੇ ਮੇਰੇ ਨਾਲ ਨੇ ਇਸ ਵਕਤ ਸਟੂਡੀਓਜ਼ ਦੇ ਵਿੱਚ ਡਾਕਟਰ ਰਾਜੀਵ ਖੋਸਲਾ ਜੀ, ਜਾਣੇ ਮਾਣੇ ਇਕੋਨੋਮਿਸਟ। ਵੈਲਕਮ ਟੂ ਦਾ ਸ਼ੋ ਸਰ। ਥੈਂਕ ਯੂ ਜੀ, ਥੈਂਕ ਯੂ ਸਰ। ਸੋ ਰਾਜੀਵ ਜੀ, ਪੰਜਾਬ ਦੀਆਂ ਚੋਣਾਂ ਚੱਲ ਰਹੀਆਂ, ਪੰਜਾਬ ਦਾ ਮਾਹੌਲ ਚੱਲ ਰਿਹਾ, ਉਹਦਾ ਅਸਰ ਪੈ ਰਿਹਾ ਇਕੋਨਮੀ ਦੇ ਉੱਤੇ ਤੇ ਇਕੋਨਮੀ ਦਾ ਅਸਰ ਪੈ ਰਿਹਾ ਚੋਣਾਂ ਦੇ ਉੱਤੇ। ਚਿਹਰਿਆਂ ਤੋਂ ਮੁੱਦੇ, ਮੁੱਦਿਆਂ ਤੋਂ ਚਿਹਰੇ, ਚਿਹਰਿਆਂ ਤੋਂ ਮੁੱਦੇ, ਮੁੱਦਿਆਂ ਤੋਂ ਚਿਹਰੇ, ਇਹੀ ਰੇੜਕਾ ਪਾਇਆ ਹੋਇਆ, ਇਹੀ ਚਰਨਿੰਗ ਹੋ ਰਹੀ ਆ, ਇਹੀ ਮਧਾਣੀ ਚੱਲਦੀ ਪਈ ਹੈ। ਦੇਖੋ ਮੱਖਣ ਕੀ ਨਿਕਲਦਾ, ਪਰ ਮੱਖਣ ਨਿਕਲ ਆਇਆ ਜਿਹੜਾ ਬਜਟ ਦਾ, ਉਹ ਦੱਸੋ ਕਿੰਨਾ ਕੁ ਸੁਆਦਲਾ ਹੈ ਤੇ ਕਿੰਨਾ ਕੁ ਅਸੀਂ ਖਾ ਸਕਦੇ ਹਾਂ, ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਜੋ ਸਾਡੇ ਟੇਸਟ ਦੇ ਮੁਤਾਬਿਕ ਨੇ। ਕੋਈ 3 ਪੁਆਇੰਟਸ ਸਾਨੂੰ ਦੇ ਦਿਓ। ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕੀਤੀ ਨਾ ਸਰ, ਜਿਹੜਾ ਅਰਥਚਾਰਾ ਹੁੰਦਾ ਜਾਂ ਜਿਹੜੀ ਇਕਨੋਮਿਕ ਜਾਂ ਫਾਈਨੈਂਸ਼ੀਅਲ ਐਂਗਲ ਤੋਂ ਜੇ ਅਸੀਂ ਦੇਖੀਏ ਜਾਂ ਬਜਟ ਤੋਂ ਅਸੀਂ ਦੇਖੀਏ, ਤਾਂ ਬਜਟ ਦਾ ਚੋਣਾਂ ਦੇ ਨਾਲ ਜਾਂ ਚੋਣਾਂ ਦਾ ਬਜਟ ਦੇ ਨਾਲ ਬੜਾ ਸਿੱਧਾ ਇਹਨਾਂ ਦਾ ਰਿਲੇਸ਼ਨ ਹੈਗਾ ਆਪਸ ਦੇ ਵਿੱਚ। ਇਹ ਸੰਬੰਧ ਇਸ ਕਰਕੇ ਵੀ ਹੈ ਨਾ ਕਿਉਂਕਿ ਜਦੋਂ ਚੋਣਾਂ ਆਉਣੀਆਂ ਹੁੰਦੀਆਂ ਉਦੋਂ ਬਜਟ ਜਿਹੜੇ ਲੋਕ ਲੁਭਾਵਨ ਆਉਣ ਦੀ ਜਿਹੜੀਆਂ ਸਰਕਾਰਾਂ ਨੇ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀਆਂ ਨੇ, ਤੇ ਜਦੋਂ ਚੋਣਾਂ 2024 ਵਰਗੀਆਂ ਦੂਰ ਹੋਣ ਤਾਂ ਸਰਕਾਰਾਂ ਜਿਹੜੀਆਂ ਨੇ ਲੋਕਾਂ ਨੂੰ ਸਪੇਅਰਡ ਰੱਖਦੀਆਂ ਨੇ, ਲੋਕਾਂ ਦੇ ਉੱਤੇ ਜਿਹੜਾ ਹੈ ਇਦਾਂ ਦੀਆਂ ਮਤਲਬ ਬਹੁਤ ਜ਼ਿਆਦਾ ਕਿਸੇ ਤਰੀਕੇ ਦੇ ਨਾ ਤਾਂ ਟੈਕਸ ਲਾਉਂਦੀਆਂ, ਨਾ ਹੀ ਬਹੁਤ ਜ਼ਿਆਦਾ ਕਿਸੇ ਤਰੀਕੇ ਦੀ ਇਹੋ ਜਿਹੀ ਤਰਜੀਹ ਦਿੰਦੀਆਂ ਲੋਕਾਂ ਨੂੰ। ਹੁਣ ਅਜਿਹੀ ਇੱਕ ਜਿਹੜੀ ਇਦਾਂ ਦਾ ਜਿਹੜਾ ਬਜਟ ਹੈ ਜੀ ਇਸ ਵਾਰੀ 2022 ਦੇ ਵਿੱਚ ਪੇਸ਼ ਹੋਇਆ, ਇਹ ਦੇਖੋ ਉਹਨੂੰ ਪਹਿਲਾਂ ਤਾਂ ਉਹਨਾਂ ਨੇ ਉਚਾਰਿਆ ਕਿੱਦਾਂ। ਜਦੋਂ ਵਿੱਤ ਮੰਤਰੀ ਇਸ ਬਜਟ ਨੂੰ ਪੇਸ਼ ਕਰ ਰਹੇ ਸੀਗੇ, ਮੈਡਮ ਨੇ ਉਹਨੂੰ ਕਿਹਾ, ਕਹਿੰਦੇ ਜੀ ਇਹ 25 ਸਾਲ ਦਾ ਬਜਟ ਹੈ। ਕਦੇ ਬਜਟ 25 ਸਾਲ ਦਾ ਹੋ ਸਕਦਾ? ਤੁਹਾਡਾ ਵਿਜ਼ਨ 25 ਸਾਲ ਦਾ ਹੋ ਸਕਦਾ, ਬਜਟ ਤਾਂ 1 ਸਾਲ ਦੇ ਲਈ ਆਉਣਾ। ਇਹ 25 ਸਾਲ ਦੀ ਨੀਂਹ ਪੱਥਰ ਰੱਖੇਗਾ, that is not at all possible। ਕਦੇ ਵੀ ਕੋਈ ਵੀ ਸਿਆਣਾ ਬੰਦਾ ਇਸ ਚੀਜ਼ ਨੂੰ ਡਾਈਜੈਸਟ ਨਹੀਂ ਕਰ ਸਕਦਾ ਵੀ ਤੁਸੀਂ 25 ਸਾਲ ਦੀ ਪਲੈਨਿੰਗ ਇਸ ਬਜਟ ਦੇ ਨਾਲ। ਦੇਖੋ 25 ਸਾਲ ਦੀ ਪਲੈਨਿੰਗ ਕਰਨਾ, ਉਹਦੇ ਲਈ ਪੈਸਾ ਲੈ ਕੇ ਆਉਣਾ ਇੱਕ ਆਲ ਟੂਗੇਦਰ ਅਲੱਗ ਖੇਤਰ ਦੀ ਗੱਲ ਹੈ। ਉਹਦਾ ਬਜਟ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬਜਟ ਤਾਂ ਇਦਾਂ ਹੁੰਦਾ ਵੀ ਬਜਟ ਇਸ ਸਾਲ ਜਿਹੜਾ ਚੜ੍ਹਨ ਵਾਲਾ ਸਾਲ ਹੈ 1 ਅਪ੍ਰੈਲ ਤੋਂ, ਕਿਉਂਕਿ ਅਸੀਂ ਫਾਈਨੈਂਸ਼ੀਅਲ ਈਅਰ ਲੈਂਦੇ ਹਾਂ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਕੀ ਹੋਏਗਾ, ਜਾਂ ਪਿਛਲਾ ਸਾਲ ਜਿਹੜਾ ਜਾ ਰਿਹਾ ਹੈ ਜਿਹਦੇ ਵਿੱਚ ਇਸ ਵੇਲੇ ਅਸੀਂ ਸਵਾਰ ਹੈ 1 ਅਪ੍ਰੈਲ 2021 ਤੋਂ ਜਿਹੜਾ ਚੱਲ ਰਿਹਾ ਤੇ 31 ਮਾਰਚ 2022 ਨੂੰ ਜਿਹੜਾ ਖਤਮ ਹੋ ਰਿਹਾ, ਇਹਦੇ ਵਿੱਚ ਪੈਸਾ ਕਿੱਥੋਂ ਆਇਆ ਕਿੱਥੋਂ ਗਿਆ। ਬਜਟ ਤਾਂ ਇਹਨਾਂ ਚੀਜ਼ਾਂ ਦੇ ਨਾਲ ਸੰਬੰਧ ਰੱਖਦਾ। ਤਾਂ ਹੁਣ ਤੁਸੀਂ ਗੱਲ ਕੀਤੀ ਹੈ ਵੀ 3 ਚੀਜ਼ਾਂ ਜਿਹੜੀਆਂ ਇਸ ਬਜਟ ਤੋਂ ਤੁਹਾਨੂੰ ਨਜ਼ਰ ਆਉਂਦੀਆਂ, ਮੈਨੂੰ ਜਿਹੜੀਆਂ ਮੋਟੀਆਂ-ਮੋਟੀਆਂ ਚੀਜ਼ਾਂ ਨਜ਼ਰ ਆਉਂਦੀਆਂ। ਪਹਿਲੀ ਚੀਜ਼ ਤਾਂ ਹੈ ਸਰਕਾਰ ਜਿਹੜਾ ਹੈ ਕਰਜ਼ਾ ਬਹੁਤ ਲੈ ਰਹੀ ਹੈ।
ਅਗਲੇ ਸਾਲ ਦੇ ਲਈ ਸਰਕਾਰ ਦਾ ਕਰਜ਼ਾ ਤਕਰੀਬਨ 16 ਲੱਖ ਕਰੋੜ ਰੁਪਈਆ ਹੈਗਾ। 16 ਲੱਖ 61,000 ਕਰੋੜ ਰੁਪਈਆ ਸਰਕਾਰ ਕਰਜ਼ਾ ਲੈਣ ਜਾ ਰਹੀ ਹੈ। ਹੁਣ ਇਸ ਚੀਜ਼ ਦੇ ਉੱਤੇ ਸਵਾਲੀਆ ਨਿਸ਼ਾਨ ਇਸ ਕਰਕੇ ਲੱਗਦਾ ਹੈ ਵੀ ਪਿਛਲਾ ਸਾਲ ਤਾਂ 12 ਲੱਖ ਕਰੋੜ ਤੁਸੀਂ ਲਿੱਤਾ, ਜਿਹੜਾ ਉਹ ਤਾਂ ਗੱਲ ਠੀਕ ਸੀ ਵੀ ਤੁਸੀਂ ਇਸ ਕਰਕੇ ਲਿੱਤਾ ਸੀ ਕਿਉਂਕਿ ਸਰਕਾਰ ਦਾ ਕਰੋਨਾ ਦੇ ਉੱਤੇ ਖਰਚਾ ਹੋ ਰਿਹਾ ਸੀ, ਜਾਂ 15 ਲੱਖ ਕਰੋੜ ਜਿਹੜਾ ਸਰਕਾਰ ਨੇ ਲਿੱਤਾ ਉਹ ਕਰੋਨਾ ਦੇ ਉੱਤੇ ਖਰਚਾ ਹੋ ਰਿਹਾ ਸੀ। 12 ਨਹੀਂ, ਮੈਂ ਮਿਸਟੇਕ ਹੋ ਗਈ ਹੈ ਮੇਰੇ ਤੋਂ, ਇਹ 12 ਨਹੀਂ ਹੈ ਜੀ, ਇਹ 15 ਲੱਖ ਕਰੋੜ ਹੈ। 15 ਲੱਖ ਕਰੋੜ ਪਿਛਲੇ ਸਾਲ ਦਾ ਤਾਂ ਸਮਝ ਆਉਂਦਾ ਵੀ ਕਰੋਨਾ ਦੇ ਵਿੱਚੋਂ ਨਿਕਲੇ, ਪਰ ਜਦੋਂ ਹੁਣ ਅਸੀਂ ਇਹ ਦੇਖਦੇ ਹਾਂ ਓਮਿਕਰੋਨ ਦੀ ਐਡੀ ਵੱਡੀ ਕੋਈ ਵੇਵ ਨਹੀਂ ਆ ਰਹੀ ਹੈ ਜੀ, ਔਰ ਤੁਸੀਂ ਉਸ ਦੇ ਬਾਵਜੂਦ 16 ਲੱਖ ਕਰੋੜ ਰੁਪਈਆ ਲੈ ਕੇ ਚੱਲੇ ਹੋ, ਤਾਂ ਮੈਨੂੰ ਇਹ ਕਿਤੇ ਨਾ ਕਿਤੇ ਇਹਦੇ ਤੇ ਸ਼ੱਕ ਪੈਂਦਾ ਇਸ ਚੀਜ਼ ਦੇ ਉੱਤੇ। ਪਹਿਲੀ ਚੀਜ਼। ਦੂਜੀ ਚੀਜ਼ ਜਿਹੜੀ ਮੈਨੂੰ ਇਸ ਬਜਟ ਦੇ ਵਿੱਚੋਂ ਜਦੋਂ ਮੈਂ ਇਹਨੂੰ ਪੜ੍ਹ ਰਿਹਾ ਸੀ, ਮੈਨੂੰ ਨਜ਼ਰ ਆਉਂਦਾ ਵੀ ਜਿਹੜਾ ਤੁਸੀਂ 16 ਲੱਖ ਕਰੋੜ ਰੁਪਈਆ ਲਾਓਗੇ, 39 ਲੱਖ ਕਰੋੜ ਦਾ ਕੁੱਲ ਮਿਲਾ ਕੇ ਬਜਟ ਹੈ। ਹੁਣ 39 ਲੱਖ 44 ਹਜ਼ਾਰ ਕਰੋੜ ਚੋਂ ਜਦੋਂ ਤੁਸੀਂ 16 ਲੱਖ ਕਰੋੜ ਰੁਪਈਏ ਦਾ 16.5 ਲੱਖ ਕਰੋੜ ਰੁਪਈਆ ਜਦੋਂ ਤੁਸੀਂ ਕਰਜ਼ੇ ਲੈ ਰਹੇ ਹੋ, ਉਹਦਾ ਭਾਰ ਵੀ ਤਾਂ ਆ ਰਿਹਾ ਹੈ। ਤੇ ਫਿਰ ਤੁਸੀਂ ਕਹਿੰਦੇ ਵੀ 9.25 ਲੱਖ ਕਰੋੜ ਉਹਦੇ ਦੇ ਵਿੱਚੋਂ ਦੀ ਉਸ ਜਿਹੜਾ ਕਰਜ਼ਾ ਆਪਾਂ ਲੈ ਰਹੇ ਹਾਂ, 9.25 ਲੱਖ ਕਰੋੜ ਰੁਪਈਆ ਸਿਰਫ ਵਿਆਜ ਦੇ ਭੁਗਤਾਨ ਤੇ ਜਾ ਰਿਹਾ ਹੈ। ਇਹ ਮੈਨੂੰ ਦੂਜੀ ਚੀਜ਼ ਇਹਦੇ ਚੋਂ ਨਜ਼ਰ ਆਈ ਹੈ। ਪਹਿਲੀ ਚੀਜ਼, ਸਰਕਾਰ ਕਰਜ਼ਾ ਜ਼ਿਆਦਾ ਲੈ ਰਹੀ ਹੈ, ਉਹਦੇ ਚ ਸਮੱਸਿਆ ਇਹ ਹੈ ਵੀ ਪਹਿਲਾ ਪਿਛਲਾ ਸਾਲ ਦਾ ਤਾਂ ਸਮਝ ਆ ਗਿਆ, ਪਰ ਇਸ ਸਾਲ ਦਾ ਜ਼ਿਆਦਾ ਕਿਉਂ ਲਿੱਤਾ ਉਹ ਸਮਝ ਨਹੀਂ ਆਇਆ। ਦੂਜੀ ਚੀਜ਼ ਜਿਹੜੀ ਵੀ ਜਿਹੜਾ ਤੁਸੀਂ ਕਰਜ਼ਾ ਲੈ ਰਹੇ ਹੋ ਉਹਦੇ ਉੱਤੇ ਤੁਹਾਨੂੰ ਵਿਆਜ ਦਾ ਭੁਗਤਾਨ ਕਰਨਾ ਪਏਗਾ। ਤੀਸਰੀ ਚੀਜ਼ ਜਿਹੜੀ ਹੈ ਵੀ ਸਰਕਾਰ ਨੇ ਟੈਕਸ ਮਿਡਲ ਕਲਾਸ ਦੇ ਉੱਤੇ ਨਹੀਂ ਵਧਾਏ, ਜੋ ਕਿ ਠੀਕ ਹੈ, ਪਰ ਰਿਚ ਕਲਾਸ ਦੇ ਉੱਤੇ ਲਾਇਆ ਵੀ ਨਹੀਂ ਹੈ। ਜਿਸ ਤਰ੍ਹਾਂ ਦੀਆਂ ਸਾਡੇ ਕੋਲ ਰਿਪੋਰਟਾਂ ਸੀ ਵੀ ਡਿਸਪੈਰਿਟੀਜ਼ ਵੱਧ ਰਹੀਆਂ ਨੇ, ਇਨਇਕੁਐਲਿਟੀ ਵੱਧ ਰਹੀ ਹੈ, ਤਾਂ ਸਰਕਾਰ ਨੇ ਰਿਚ ਕਲਾਸ ਦੇ ਉੱਤੇ ਟੈਕਸ ਲਾਈ ਵੀ ਨਹੀਂ ਹੈ, ਜਦਕਿ ਕਸਟਮ ਡਿਊਟੀ ਵਧਾਈ ਹੈ, ਜਿਹਦੇ ਨਾਲ ਇੰਪੋਰਟਡ ਗੁੱਡਸ ਆਉਂਦੀ ਹੈ, ਜਿਹਦੇ ਕਰਕੇ ਸਾਡੇ ਆਮ ਲੋਕਾਂ ਦੇ ਉੱਤੇ ਉਹਦਾ ਇੰਪੈਕਟ ਆਏਗਾ। ਚੀਜ਼ਾਂ ਜਿਹੜੀਆਂ ਪੈਦਾਵਾਰ ਹੋਏਗੀ ਉਹ ਮਹਿੰਗੀ ਹੋਏਗੀ, ਕਿਉਂਕਿ ਜਿਹੜੇ ਪਾਰਟਸ ਜਦੋਂ ਅਸੀਂ ਇੰਪੋਰਟ ਕਰਾਂਗੇ ਉਹ ਮਹਿੰਗੇ ਮਿਲਣਗੇ ਸਾਨੂੰ ਜੀ। ਸੋ 25 ਸਾਲ ਵਾਲੀ ਤੇ ਕੋਈ ਗੱਲ ਤੁਸੀਂ ਕਹਿੰਦੇ ਹੋ ਵਿਖਾਈ ਨਹੀਂ ਦਿੰਦੀ ਇਹਦੇ ਵਿੱਚ, ਪਰ ਇਹ ਕਿਹਾ ਜਾਂਦਾ ਹੈ ਕਿ 25 ਸਾਲ ਦੀ ਨੀਂਹ ਰੱਖੀ ਹੈ ਤੇ ਇਹਨੂੰ ਅੰਮ੍ਰਿਤ ਕਾਲ ਦਾ ਬਜਟ ਵੀ ਕਿਹਾ ਗਿਆ ਹੈ ਗੱਲਾਂ ਦੇ ਵਿੱਚ। ਜਿਵੇਂ ਤੁਸੀਂ 25 ਸਾਲ ਦੀ ਗੱਲ ਕੀਤੀ ਹੈ, ਤਾਂ ਇਹ ਅੰਮ੍ਰਿਤ ਕਾਲ ਇੱਕ ਨਵਾਂ ਸ਼ਬਦ ਸੁਣਨ ਨੂੰ ਮਿਲਿਆ ਇਸ ਵਾਰ ਬਜਟ ਸੈਸ਼ਨ ਦੇ ਵਿੱਚ। ਤੁਸੀਂ ਜ਼ਰਾ ਸਮਝਾਉਣ ਦੀ ਖੇਚਲ ਕਰੋਗੇ ਕਿ ਇਹ ਅੰਮ੍ਰਿਤ ਕਾਲ ਦਾ ਬਜਟ ਕਿਹੜਾ ਹੈ ਜਿਹੜਾ 25 ਸਾਲ ਨੂੰ ਨੀਂਹ ਪੱਥਰ ਰੱਖਣ ਦੇ ਵਿੱਚ ਪ੍ਰਯੋਗ ਹੋ ਰਿਹਾ? ਦੇਖੋ, ਮੈਨੂੰ ਇਹ ਚੀਜ਼ ਸਮਝ ਨਹੀਂ ਆਈ ਵੀ ਅੰਮ੍ਰਿਤ ਕਾਲ ਕਿਹਨੂੰ ਕਿਹਾ ਗਿਆ ਹੈ। ਇਹਨਾਂ ਨੇ ਜ਼ਰੂਰ ਉੱਥੇ ਬਾਰ-ਬਾਰ ਇਸ ਸ਼ਬਦ ਨੂੰ ਉਚਾਰਿਆ ਵਿੱਤ ਮੰਤਰੀ ਨੇ, ਪਰ ਮੈਨੂੰ ਏਦਾਂ ਲੱਗਦਾ ਵੀ ਅੰਮ੍ਰਿਤ ਕਾਲ ਜਿਹੜਾ ਉਹ ਵਾਲਾ ਕਾਲ ਹੋਏਗਾ ਜਿਹਦੇ ਚ ਅਸੀਂ ਉੱਠੇ ਹਾਂ ਜਾਂ ਜਾਗੇ ਹਾਂ, ਜਾਂ ਜਿਹੜਾ ਇਸ ਵੇਲੇ ਔਨਗੋਇੰਗ ਜੋ ਸਾਡੇ ਸਰਕਮਸਟੈਂਸਸ ਹੈ, ਸ਼ਾਇਦ ਉਹਨੂੰ ਅੰਮ੍ਰਿਤ ਕਾਲ ਕਹਿ ਕੇ ਉਚਾਰਿਆ। ਮੈਨੂੰ ਇਸ ਚੀਜ਼ ਦੇ ਬਾਰੇ ਸਮਝ ਨਹੀਂ ਆਇਆ ਵੀ ਅੰਮ੍ਰਿਤ ਕਾਲ ਕਿਹੜੀ ਚੀਜ਼ ਹੋਈ ਇਨ ਪਾਰਟਿਕੂਲਰ। ਸ਼ਾਇਦ ਅਸੀਂ ਜਿਹੜਾ ਅੰਮ੍ਰਿਤ ਮਹਾ ਉਤਸਵ ਮਨਾ ਰਹੇ ਹਾਂ ਆਜ਼ਾਦੀ ਦਾ ਪੂਰੇ ਸਾਲ, ਪਿਛਲੇ 15 ਅਗਸਤ ਤੋਂ ਆਉਣ ਵਾਲੇ 15 ਅਗਸਤ ਤੱਕ, ਸ਼ਾਇਦ ਉਹ ਅੰਮ੍ਰਿਤ ਕਾਲ 75 ਸਾਲ ਵਾਲਾ ਟਾਈਮ, ਉਹਨੂੰ ਬਿਲਕੁਲ ਠੀਕ ਹੈ ਜੀ, ਹੋ ਸਕਦਾ। ਮੈਂ ਇਹਦੇ ਬਾਰੇ ਬਹੁਤਾ ਜ਼ਿਆਦਾ ਮੈਂ ਤਫਤੀਸ਼ ਕੀਤੀ ਵੀ ਨਹੀਂ ਹੈ, ਤੇ ਅੰਮ੍ਰਿਤ ਮਹਾ ਉਤਸਵ ਨੂੰ ਵੇਖ ਕੇ ਸ਼ਾਇਦ ਇਸ ਸ਼ਬਦ ਦਾ ਪ੍ਰਯੋਗ ਹੋਇਆ। ਆਪਾਂ ਅੱਗੇ ਵਧਦੇ ਹਾਂ। ਜੋ ਸਾਡੇ ਮਤਲਬ ਦੀ ਗੱਲ ਉਹ ਇਹ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਕਿਹੜੀਆਂ-ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ, ਸਾਡੀ ਜੇਬ ਦੇ ਉੱਤੇ ਕਿੰਨਾ ਕੁ ਭਾਰ ਪੈ ਗਿਆ। ਦੇਖੋ ਜੀ, ਜਿਹੜੀਆਂ ਇੰਪੋਰਟਡ ਚੀਜ਼ਾਂ ਨੇ, ਮੈਂ ਜਿਹੜੀ ਪਹਿਲੀ ਗੱਲ ਦੱਸੀ ਹੈ ਵੀ ਸਰਕਾਰ ਨੇ ਐਤਕੀ ਕੀਤਾ ਕੀ ਹੈ, ਜਾਂ ਐਤਕੀ ਕੀ ਪਿਛਲੇ 3-4 ਸਾਲ ਤੋਂ ਇਹ ਕੰਮ ਹੋ ਰਿਹਾ। ਆਤਮ ਨਿਰਭਰ ਭਾਰਤ ਦੇ ਨਾਮ ਤੇ ਸਰਕਾਰ ਇੱਕ ਪ੍ਰੋਟੈਕਸ਼ਨਿਸਟ ਪਾਲਿਸੀ, ਸੰਰਕਸ਼ਣਵਾਦੀ ਪਾਲਿਸੀ ਜਿਹੜੀ ਹੈ ਸਰਕਾਰ ਲੈ ਕੇ ਚੱਲ ਰਹੀ ਹੈ, ਜਿਹਦਾ ਮਤਲਬ ਹੈ, ਜੋ ਕਿ ਠੀਕ ਹੈ, ਮੈਂ ਇਹ ਨਹੀਂ ਕਹੂੰਗਾ ਕਿ ਗਲਤ ਹੈ, ਜੋ ਕਿ ਸਰਕਾਰ ਵੱਲੋਂ ਠੀਕ ਕਦਮ ਹੈ, ਲੇਕਿਨ ਉਹ ਕਿੰਨਾ ਕੁ ਠੀਕ ਹੈ ਉਹਦੀ ਆਪਾਂ ਗੱਲ ਕਰਦੇ ਹਾਂ ਵੀ ਉਹ ਕਿੱਥੇ ਜਾ ਕੇ ਗਲਤ ਹੁੰਦਾ। ਸਰਕਾਰ ਨੇ ਇਹ ਕਿਹਾ ਵੀ ਅਸੀਂ ਪਾਲਿਸੀ ਲੈ ਕੇ ਆਏ ਹਾਂ, ਅਸੀਂ ਸਾਡੀਆਂ ਇੰਡਸਟਰੀਜ਼ ਜਿਹੜੀਆਂ ਨੇ, ਸਾਡੇ ਉਦਯੋਗ ਧੰਦੇ ਜਿਹੜੇ ਨੇ, ਸਨਅਤੀ ਖੇਤਰ ਜਿਹੜਾ ਸਾਡਾ ਹੈਗਾ, ਇਹਨੂੰ ਹੁੰਗਾਰਾ ਮਿਲੇ। ਸਰਕਾਰ ਦੀ ਮਨਸ਼ਾ ਇਹ ਹੈ, ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ, ਲੋਕਾਂ ਦੀ ਆਮਦਨ ਜਿਹੜੀ ਹੈ ਉਹ ਵਧੇਗੀ। ਸਪਲਾਈ ਸਾਈਡ ਤੇ ਸਰਕਾਰ ਇਹ ਕੰਮ ਕਰਨਾ ਚਾਹੁੰਦੀ ਹੈ, ਜੋ ਕਿ ਠੀਕ ਹੈ, ਲੇਕਿਨ ਸਮੱਸਿਆ ਇਹ ਆਉਂਦੀ ਹੈ ਹੁਣ ਵੀ ਜਿੰਨਾ ਇਹ ਸੈਕਟਰ ਹੈਗਾ ਸਾਡਾ,
ਜੀ ਇਹ ਇੰਪੋਰਟਡ ਗੁੱਡਸ ਦੇ ਨਾਲ ਚੱਲਦਾ। ਸਾਡੀ ਇੰਡਸਟਰੀਜ਼ ਜਿਹੜੀਆਂ ਇੰਪੋਰਟਸ ਦੇ ਨਾਲ ਚੱਲਦੀਆਂ। ਤੁਸੀਂ Sure. ਇੱਕ ਪਾਸੇ ਤਾਂ ਉਦਯੋਗਾਂ ਨੂੰ ਪੀਐਲਆਈ ਵਰਗੀ ਸਕੀਮ ਲੈ ਕੇ ਆਉਂਦੇ ਹੋ, ਪ੍ਰੋਡਕਸ਼ਨ ਲਿੰਕਡ ਇਨਸੈਂਟਿਵਸ, ਜਿਹਦੇ ਵਿੱਚ ਜਿੰਨਾ ਤੁਸੀਂ ਉਤਪਾਦਨ ਕਰੋਗੇ ਉਹਨਾਂ ਤੁਹਾਨੂੰ ਇਨਸੈਂਟਿਵ ਮਿਲੇਗਾ। ਜ਼ਿਆਦਾ ਉਤਪਾਦਨ, ਜ਼ਿਆਦਾ ਇਨਸੈਂਟਿਵ, ਜ਼ਿਆਦਾ ਜੀ ਨੌਕਰੀਆਂ। ਸਰਕਾਰ ਇਹ ਚੀਜ਼ ਚਾਹੁੰਦੀ। ਲੇਕਿਨ ਦੂਜੇ ਪਾਸੇ ਜਿਹੜਾ ਸਨਅਤੀ ਖੇਤਰ ਆ, ਉਹ ਰੌਲਾ ਪਾਉਂਦਾ ਇਹ ਵੀ ਜਦੋਂ ਸਾਡੇ ਕੋਲ ਕੰਪੋਨੈਂਟ ਮਹਿੰਗੇ ਆਈ ਜਾ ਰਹੇ ਨੇ। ਜੇ ਹੁਣ ਕਿਸੇ ਨੇ ਮੋਬਾਈਲ ਬਣਾਉਣਾ ਹੈ ਜਾਂ ਲੈਪਟਾਪ ਬਣਾਉਣਾ ਹੈ ਜਾਂ ਕੋਈ ਟੈਬਲੇਟ ਬਣਾਉਣਾ ਹੈ ਜਾਂ ਕਾਪੀਆਂ ਕਿਤਾਬਾਂ ਕੁਝ ਵੀ ਬਣਾਉਣਾ ਹੈਗਾ, ਉਹ ਕਹਿੰਦਾ ਵੀ ਜਦੋਂ ਮੈਨੂੰ ਉਹਦਾ ਸਮਾਨ ਹੀ ਮਹਿੰਗਾ ਮਿਲ ਰਿਹਾ, ਤੁਸੀਂ ਮੈਨੂੰ ਜਿੰਨਾ ਮਰਜ਼ੀ ਇਨਸੈਂਟਿਵ ਦਵਾਈ ਚੱਲੋ, ਉਹਦਾ ਫਾਇਦਾ ਕੀ ਹੋਇਆ? ਜੀ ਸਭ ਤੋਂ ਵੱਡਾ ਸਵਾਲ ਉੱਥੇ ਜਾ ਕੇ ਖੜਦਾ ਹੈ ਵੀ ਜਦੋਂ ਤੁਸੀਂ ਆਤਮ ਨਿਰਭਰ ਭਾਰਤ ਦੇ ਨਾਮ ਤੇ ਜਿਹੜੀਆਂ ਕਸਟਮ ਡਿਊਟੀਆਂ ਵਧਾ ਰਹੇ ਹੋ, ਉਹਦਾ ਕੀ ਹੋ ਸਕਦਾ? ਉਹਦਾ ਕਿਉਂਕਿ ਨੈਗੇਟਿਵ ਇੰਪੈਕਟ, ਉਹਦਾ ਕੀ ਕੀਤਾ ਜਾਣਾ ਚਾਹੀਦਾ, ਉਹਦਾ ਵੇ ਆਊਟ ਆਪਾਂ ਗੱਲ ਕਰਦੇ ਹਾਂ 1 ਮਿੰਟ ਦੇ ਵਿੱਚ। ਹੁਣ ਆਪਾਂ ਇਹ ਗੱਲ ਕਰੀਏ ਵੀ ਕਿਹੜੀਆਂ ਚੀਜ਼ਾਂ ਇਹਦੇ ਨਾਲ ਮਹਿੰਗੀਆਂ ਹੋ ਰਹੀਆਂ ਜਾਂ ਕਿਹੜੀਆਂ ਸਸਤੀਆਂ ਹੋ ਰਹੀਆਂ। 2018 ਤੋਂ ਅਸੀਂ ਦੇਖ ਰਹੇ ਹਾਂ, 18-19 ਦੇ ਬਜਟ ਤੋਂ ਅਸੀਂ ਦੇਖ ਰਹੇ ਹਾਂ, ਕਦੇ ਜੁੱਤੀਆਂ ਮਹਿੰਗੀਆਂ ਹੋ ਜਾਂਦੀਆਂ, ਕਦੇ ਚਮੜੇ ਦਾ ਸਮਾਨ ਮਹਿੰਗਾ ਹੋ ਜਾਂਦਾ, ਕਦੇ ਇਲੈਕਟ੍ਰੋਨਿਕ ਆਈਟਮ ਮਹਿੰਗੀ ਹੋ ਜਾਂਦੀ ਹੈ। ਐਤਕੀ ਵੀ ਸਰਕਾਰ ਨੇ ਆਤਮ ਨਿਰਭਰ ਭਾਰਤ ਦੇ ਨਾਮ ਤੇ ਕਈ ਤਰ੍ਹਾਂ ਦੀ ਇੰਪੋਰਟ ਡਿਊਟੀ ਵਧਾਈ ਹੈ। ਜਿਹੜੀ ਸਾਡੀ ਅਸੀਂ ਇੰਪੋਰਟਡ ਪ੍ਰੋਡਕਟਸ ਖਰੀਦਦੇ ਹਾਂ, ਉਹਦੇ ਨਾਲ ਮਹਿੰਗਾ ਕੀ ਹੋ ਰਿਹਾ? ਮਹਿੰਗਾ ਹੋ ਰਿਹਾ ਜੀ ਸਾਡੇ ਹੈਡਫੋਨ ਜਿਹੜੇ ਅਸੀਂ ਕੰਨਾਂ ਦੇ ਵਿੱਚ ਯੂਜ਼ ਕਰਦੇ ਹਾਂ, ਜਿਹੜੇ ਜੀ ਆਮ ਜਨਤਾ, ਆਮ ਘਰਾਂ ਦੇ ਵਿੱਚ ਲੋਕ, ਬੱਚੇ, ਬਜ਼ੁਰਗ ਸਾਰੇ ਯੂਜ਼ ਕਰਦੇ ਆ। ਈਅਰਫੋਨ, ਲਾਊਡ ਸਪੀਕਰ, ਇਹ ਚੀਜ਼ਾਂ ਇਲੈਕਟ੍ਰੋਨਿਕਸ ਜਿਹੜਾ ਸਮਾਨ ਹੈ ਇਹ ਮਹਿੰਗਾ ਹੋਣ ਜਾ ਰਿਹਾ ਕਿਉਂਕਿ ਇਹਨਾਂ ਦੇ ਪਾਰਟਸ ਦੇ ਉੱਤੇ ਇੰਪੋਰਟ ਡਿਊਟੀ ਵਧਾਈ ਗਈ ਹੈ। ਆਰਟੀਫਿਸ਼ੀਅਲ ਜੁਐਲਰੀ, ਜਿਹੜੀਆਂ ਸਾਡੀਆਂ ਗ੍ਰਹਿਣੀਆਂ ਜਿਹੜੀਆਂ ਨੇ, ਉਹ ਕਿਸੇ ਤਰੀਕੇ ਦੀ ਆਰਟੀਫਿਸ਼ੀਅਲ ਜੁਐਲਰੀ ਜਿਹੜੀ ਖਰੀਦਦੀਆਂ ਨੇ ਬਾਜ਼ਾਰ ਚੋਂ, ਉਹ ਮਹਿੰਗੀ ਹੋਣ ਜਾ ਰਹੀ ਹੈ। ਐਕਸਰੇ ਦੀਆਂ ਮਸ਼ੀਨਾਂ ਮਹਿੰਗੀਆਂ ਹੋਣ ਜਾ ਰਹੀਆਂ। ਦਾ ਮਤਲਬ ਹੈ ਐਕਸਰੇ ਜਿਹੜਾ ਹੈ ਲੋਕਾਂ ਦੇ ਉੱਤੇ ਭਾਰ ਪਾਏਗਾ, ਐਕਸਰੇ ਦਾ ਰੇਟ ਵਧੇਗਾ। ਜਦੋਂ ਹਸਪਤਾਲ ਨੂੰ ਐਕਸਰੇ ਦੀ ਮਸ਼ੀਨ ਮਹਿੰਗੀ ਮਿਲੇਗੀ ਤਾਂ ਉਹਦਾ ਭਾਰ ਇਨਡਾਇਰੈਕਟਲੀ ਲੋਕਾਂ ਉੱਤੇ ਤਬਦੀਲ ਕੀਤਾ ਜਾਏਗਾ। ਜੀ ਛਤਰੀਆਂ ਜਿਹੜੀਆਂ ਬਰਸਾਤ ਦੇ ਵੇਲੇ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ, ਸਮਾਰਟ ਮੀਟਰ, ਬੱਚਿਆਂ ਦੇ ਖਿਡੌਣੇ, ਇਲੈਕਟ੍ਰੋਨਿਕ ਟॉयਜ਼ ਜਿਹੜੇ ਨੇ, ਇਹ ਵੀ ਮਹਿੰਗੇ ਹੋਣ ਜਾ ਰਹੇ ਨੇ। ਹੁਣ ਇਹਦੇ ਵਿਰੁੱਧ ਕੁਝ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਇਸ ਬਜਟ ਦੇ ਵਿੱਚ ਸਸਤੀਆਂ ਵੀ ਹੋਣਗੀਆਂ। ਉਹ ਹੈਗੀਆਂ ਨੇ ਜਿੱਦਾਂ ਡਾਇਮੰਡ, ਜਿਹੜਾ ਪਾਲਿਸ਼ ਕੀਤਾ ਹੋਇਆ ਜਿਹੜਾ ਡਾਇਮੰਡ ਹੈ, ਉਹ ਸਸਤਾ ਹੋਏਗਾ। ਮੋਬਾਈਲ ਦੇ ਕੈਮਰੇ ਦੇ ਲੈਂਸ ਸਸਤੇ ਹੋ ਜਾਣਗੇ। ਜਿਹੜੀ ਖਾਣ ਵਾਲੇ ਪਦਾਰਥਾਂ ਦੇ ਵਿੱਚ ਜਿਹੜੀਆਂ ਹੀਂਗ ਹੈ, ਹੀਂਗ ਸਸਤੀ ਹੋਏਗੀ। ਕਾਫੀ ਸਸਤੀ ਹੋਏਗੀ, ਬਾਹਰੋਂ ਜਿਹੜੀ ਕਾਫੀ ਆ ਰਹੀ ਹੈ ਉਹ ਸਸਤੀ ਹੋਏਗੀ। ਫਰੋਜ਼ਨ, ਜਿਹੜੇ ਬੰਦੇ ਨਾਨ ਵੈਜ ਖਾਣ ਦੇ ਸ਼ੌਕੀਨ ਨੇ, ਉਹਨਾਂ ਦੇ ਲਈ ਇੱਕ ਪਾਰਟਿਕੂਲਰ ਜਿਹੜੀ ਫਰੋਜ਼ਨ ਸਕੁਇਡ ਹੁੰਦੀ ਹੈ, ਉਹ ਮੱਛਲੀ ਦੀ ਕਿਸਮ ਹੈ, ਉਹ ਸਸਤੀ ਹੋਏਗੀ। ਫੋਰਨ ਮਸਲਸ ਜਿਹੜੇ ਨੇ, ਇਹ ਮੀਟ ਔਰ ਸੀਪ ਜਿਹੜੀ ਹੁੰਦੀ ਹੈ, ਉਹ ਸਸਤੀ ਹੋਣ ਦੀ ਉਮੀਦ ਹੈ। ਹੁਣ ਗੱਲ ਇਹ ਹੈ ਵੀ ਜਿੰਨਾ ਕੁ ਤੁਹਾਨੂੰ ਸਸਤਾ ਮਿਲਿਆ ਉਹਨਾਂ ਕੁ ਮਹਿੰਗਾ ਮਿਲ ਗਿਆ, ਉਹਦਾ ਨਿਊਟਰਲਾਈਜ਼ ਹੋ ਜਾਂਦਾ ਹੈ। ਬਾਈ ਐਂਡ ਲਾਰਜ ਸਾਡੇ ਉੱਤੇ ਇੰਪੋਰਟਡ ਡਿਊਟੀ ਦਾ ਨੈਗੇਟਿਵ ਅਸਰ ਪੈਂਦਾ। ਹੁਣ ਇਹਦਾ ਵੇ ਆਊਟ ਕੀ ਸੀ? ਇਹਦਾ ਵਸੀਲਾ, ਇਹਨੂੰ ਅਸੀਂ ਕਿਸ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ? ਇਹਦਾ ਵੇ ਆਊਟ ਇਹ ਹੈ, ਦੇਖੋ ਅਸੀਂ ਚੀਨ ਨੂੰ ਇਹ ਨਹੀਂ ਕਹਿ ਸਕਦੇ ਵੀ ਚੀਨ ਨੂੰ ਨਾ ਟੰਗੋ। ਜੇ ਚੀਨ ਸਾਡੇ ਨਾਲ ਮਾੜੀ ਕਰਦਾ, ਅਸੀਂ ਚੀਨ ਨਾਲ ਬਰਾਬਰੀ ਦੀ ਮਾੜੀ ਕਰੀਏ। ਔਰ ਸਰਕਾਰ ਉੱਥੇ ਠੀਕ ਹੈ, ਸਰਕਾਰ ਨੂੰ ਉਹਦੇ ਨਾਲ ਬਰਾਬਰੀ ਕਰਨੀ ਚਾਹੀਦੀ ਹੈ ਉਹਦੀ ਇੰਪੋਰਟਡ ਪ੍ਰੋਡਕਟਸ ਦੇ ਉੱਤੇ। ਜੇ ਸਾਡੇ ਜਵਾਨ ਸ਼ਹੀਦ ਹੋਏ ਨੇ ਉੱਤੇ, ਤਾਂ ਉਹਦਾ ਬਦਲਾ ਸਾਨੂੰ ਲੈਣਾ ਚਾਹੀਦਾ। ਪਰ ਨਾਲ ਲੋਕਾਂ ਦੇ ਉੱਤੇ ਇਹਦਾ ਭਾਰ ਨਾ ਤਬਦੀਲ ਹੋਵੇ, ਇਹ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਇਹਦੇ ਵਾਸਤੇ ਸਰਕਾਰ ਨੂੰ ਕਰਨਾ ਕੀ ਚਾਹੀਦਾ ਵੀ ਸਰਕਾਰ ਨੂੰ ਫੋਰਨ ਟ੍ਰੇਡ ਐਗਰੀਮੈਂਟਸ ਕਰਨੇ ਚਾਹੀਦੇ ਆ ਬਾਕੀ ਮੁਲਕਾਂ ਦੇ ਨਾਲ। ਜਿੱਥੋਂ ਜਿਹੜੀ ਚੀਜ਼ ਆਣੀ ਹੈ, ਚੀਨ ਦੇ ਉੱਤੇ ਪੂਰਾ ਟੈਕਸ ਲਾਓ, ਪਰ ਜਿਹੜੇ ਫੋਰਨ ਟ੍ਰੇਡ ਐਗਰੀਮੈਂਟਸ, ਜਿਹੜੀਆਂ ਰੋਜ਼ਮर्रा ਦੀਆਂ ਚੀਜ਼ਾਂ ਨੇ ਸਾਡੀਆਂ, ਜਿੱਥੋਂ ਜਿਹੜੇ ਮੁਲਕ ਤੋਂ ਆਉਣੀ ਹੈ, ਜੋ ਰਸ਼ੀਆ ਦੇ ਵਿੱਚੋਂ ਆਉਣੀ ਹੈ, ਜੋ ਕੋਰੀਆ ਦੇ ਵਿੱਚੋਂ ਆਉਣੀ ਹੈ, ਜੋ ਕੈਨੇਡਾ ਦੇ ਵਿੱਚੋਂ ਆਉਣੀ ਹੈ, ਤਾਂ ਉਹਨਾਂ ਮੁਲਕਾਂ ਦੇ ਨਾਲ ਸਰਕਾਰ ਫੋਰਨ ਟ੍ਰੇਡ ਐਗਰੀਮੈਂਟ ਕਰੇ ਤਾਂ ਕਿ ਸਾਨੂੰ ਸਸਤੀਆਂ ਚੀਜ਼ਾਂ ਆਮ ਲੋਕਾਂ ਨੂੰ ਮਿਲ ਸਕਣ। ਇੱਥੇ ਮੈਨੂੰ ਲੱਗਦਾ ਸਰਕਾਰ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਤੇ ਤਹਿਤ ਇਹ ਕੰਮ ਕੀਤਾ ਜਾ ਸਕਦਾ ਸੀ। ਜੀ ਰਾਜੀਵ ਜੀ, ਇਸ ਬਜਟ ਨੂੰ ਕੀ ਮੰਨ ਸਕਦੇ ਆ? ਕਿਉਂਕਿ ਮਾਹਿਰ ਕਹਿੰਦੇ ਨੇ ਕਿ ਵਿਚਾਰਧਾਰਕ ਜੇ ਆਧਾਰ ਤੇ ਦੇਖੀਏ ਤਾਂ ਇਹ ਕਾਰਪੋਰੇਟ ਵਿਕਾਸ ਪੱਖੀ ਮਾਡਲ ਹੈ, ਇਹ ਲੋਕ ਵਿਕਾਸ ਪੱਖੀ ਮਾਡਲ ਨਹੀਂ। ਤਾਂ ਇਸ ਨੂੰ ਅਸੀਂ ਇਹ ਸਮਝ ਸਕਦੇ ਹਾਂ ਕਿ ਇਹ ਬਜਟ ਹੈ ਰਿਚ ਕਲਾਸ ਪਲੱਸ ਅਪਰ ਰਿਚ ਕਲਾਸ ਵਰਸਸ ਲੋਅਰ ਕਲਾਸ, ਮਿਡਲ ਕਲਾਸ ਐਂਡ ਪੂਅਰ ਕਲਾਸ। ਤੁਹਾਡਾ ਸਵਾਲ ਬਹੁਤ ਵਾਜਬ ਹੈ ਜੀ, ਬਹੁਤ ਚੰਗਾ। ਨਾਰਮਲੀ ਜਦੋਂ ਪ੍ਰੋਫੈਸਰਾਂ ਨੂੰ ਜਵਾਬ ਨਹੀਂ ਆਉਂਦਾ ਹੁੰਦਾ, ਅਸੀਂ ਕਲਾਸ 'ਚ ਕਹਿੰਦੇ ਸਵਾਲ ਬਹੁਤ ਅੱਛਾ ਹੈ, ਪਰ ਨਹੀਂ, ਮੈਨੂੰ ਇਹਦਾ ਜਵਾਬ ਆਉਂਦਾ ਹੈਗਾ। ਇਹਦਾ ਇਦਾਂ ਹੈ ਜੀ ਵੀ
ਜਿਹੜਾ ਇਨਇਕੁਐਲਿਟੀ ਹੈ, ਆਪਾਂ ਜਿਹੜੀ ਬਾਰ-ਬਾਰ ਗੱਲ ਕਰ ਰਹੇ ਹਾਂ ਵੀ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ, ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ। ਬਜਟ ਤੋਂ ਸਾਨੂੰ ਐਤਕੀ ਉਮੀਦ ਸੀ ਕਿ ਬਜਟ ਕੁਝ ਇਦਾਂ ਦਾ ਲੈ ਕੇ ਆਏਗਾ ਜਿਹਦੇ ਨਾਲ ਜਿਹੜਾ ਥੱਲੜਾ ਵਰਗ ਹੈ ਸਾਡਾ ਸੁਸਾਇਟੀ ਦਾ, ਜਿਹੜਾ ਥੱਲੜੇ ਵਾਲਾ ਵਰਗ ਹੈ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਨੈਸ਼ਨਲੀ ਨਹੀਂ ਇੰਟਰਨੈਸ਼ਨਲੀ ਇਹ ਕਿਹਾ ਜਾ ਰਿਹਾ ਵੀ ਇਹ ਲੋਕ ਜਿਹੜੇ ਨੇ ਇਹ ਥੱਲੇ ਦੀ ਤਰਫ ਮੂਵ ਕਰ ਗਏ ਨੇ, ਉਹਨਾਂ ਵਾਸਤੇ ਬਜਟ ਨੂੰ ਕੁਛ ਨਾ ਕੁਛ ਐਲੋਕੇਸ਼ਨ ਕਰਨੀ ਚਾਹੀਦੀ ਸੀ। ਦੇਖੋ ਮੈਂ ਆਪਣੀ ਗੱਲ ਹੋਰ ਥੋੜਾ ਜਿਹਾ ਆਸਾਨੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਪਹਿਲੀ ਵੇਵ ਨੇ ਸਾਨੂੰ ਜਕੜਿਆ ਤਾਂ ਅਸੀਂ ਉਸ ਤੋਂ ਬਾਅਦ ਨਿਕਲੇ ਤਾਂ ਅਸੀਂ ਕਿ ਨਹੀਂ ਜੀ ਹੁਣ ਤਾਂ ਸਾਡੀ ਵੀ ਸ਼ੇਪ ਰਿਕਵਰੀ ਹੋ ਰਹੀ ਹੈ। ਪਹਿਲੀ ਇੱਕਦਮ ਅਸੀਂ ਥੱਲੇ ਆਏ ਹਾਂ, ਇੱਕਦਮ ਸਾਡਾ ਜਿਹੜਾ ਅਰਥਚਾਰ ਹੈ ਉੱਪਰ ਦੀ ਤਰਫ ਜਾਏਗਾ। ਅਸੀਂ ਵੀ ਅਕਸ਼ਰ ਜਿਹੜਾ ਹੈਗਾ ਅੰਗਰੇਜ਼ੀ ਦਾ ਉਹਦੀ ਗੱਲ ਕੀਤੀ, ਲੇਕਿਨ ਜਦੋਂ ਸੈਕਿੰਡ ਵੇਵ ਆਈ ਤਾਂ ਅਸੀਂ ਕਿਹਾ ਨਹੀਂ ਜੀ ਵੀ ਜਿਹੜਾ ਹੁਣ ਇਹ ਚੇਂਜ ਹੋ ਗਿਆ, ਇਹ ਯੂ ਦੇ ਵਿੱਚ ਚਲਾ ਗਿਆ ਵੀ ਕਿਉਂਕਿ ਸੈਕਿੰਡ ਵੇਵ ਬਹੁਤ ਮਾਰੂ ਸੀਗੀ, ਬਹੁਤ ਜਾਨੀ ਮਾਲੀ ਨੁਕਸਾਨ ਕੀਤਾ, ਤਾਂ ਉਹਦੇ ਕਰਕੇ ਉਹ ਅਲਫਾਬੈਟ ਜਿਹੜਾ ਹੋ ਗਿਆ ਉਹ ਯੂ ਆ ਗਿਆ। ਯੂ ਦਾ ਮਤਲਬ ਹੈ ਜਿਹਦਾ ਬੇਸ ਜਿਹੜਾ ਸਟਰੋਂਗ ਹੈ। ਥੋੜੀ ਦੇਰ ਸਾਨੂੰ ਉੱਥੇ ਥੱਲੜੇ ਬੇਸ ਦੇ ਉੱਤੇ ਰਹਿਣਾ ਪਏਗਾ, ਰਿਕਵਰੀ ਹੌਲੀ ਹੌਲੀ ਸਟਾਰਟ ਹੋਏਗੀ। ਯੂ ਜਿਹੜਾ ਹੈ ਉਹ ਇਦਾਂ ਬਣੇ। ਵੀ ਦਾ ਬਿਲਕੁਲ ਇਦਾਂ ਸੀਗਾ, ਇੱਕਦਮ ਰਿਕਵਰੀ ਪੁਆਇੰਟਡ ਰਿਕਵਰੀ ਸ਼ੁਰੂ ਹੋ ਜੇ। ਅੱਜ ਅਸੀਂ ਥੱਲੇ ਆਏ, ਜਦੋਂ ਸ਼ੇਅਰ ਮਾਰਕੀਟ ਹੁੰਦੀ ਹੈ ਇੱਕਦਮ ਥੱਲੇ ਆਈ ਇੱਕਦਮ ਉੱਤੇ ਚਲ ਜੇਗੀ। ਲੇਕਿਨ ਅਸੀਂ ਯੂ ਦੀ ਗੱਲ ਕੀਤੀ ਵੀ ਨਹੀਂ ਹੁਣ ਅਸੀਂ ਥੋੜੀ ਦੇਰ ਇੱਥੇ ਸਟੈਗਨੈਂਟ ਰਵਾਂਗੇ। ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ, ਪਿਛਲੇ 2-3 ਮਹੀਨੇ ਦੇ ਵਿੱਚ ਸਾਨੂੰ ਜਿਹੜੀ ਸਰਕਾਰਾਂ ਵੱਲੋਂ ਰਿਪੋਰਟਾਂ ਆਈਆਂ ਜਾਂ ਸਾਨੂੰ ਜੋ ਪਤਾ ਲੱਗਿਆ ਹੈਗਾ ਵੀ ਇੱਕ ਕੇ ਸ਼ੇਪ ਰਿਕਵਰੀ ਹੋ ਗਈ ਹੈ। ਕੇ ਦਾ ਮਤਲਬ ਹੈ ਜਿਹੜਾ ਕੇ ਦਾ ਉੱਪਰਲਾ ਭਾਗ ਜਿਹੜਾ ਉਹ ਬਹੁਤ ਅਮੀਰ ਹੁੰਦਾ ਜਾ ਰਿਹਾ, ਥੱਲੜਾ ਭਾਗ ਜਿਹੜਾ ਬਹੁਤ ਗਰੀਬ ਹੁੰਦਾ ਜਾ ਰਿਹਾ। ਤਾਂ ਬਜਟ ਨੂੰ ਉਸ ਨੂੰ ਐਡਰੈਸ ਕਰਨ ਦੀ ਲੋੜ ਸੀ। ਸਰਕਾਰ ਦਾ ਇੱਕ ਵੈਲਫੇਅਰ ਇਕਨੋਮੀ ਦੇ ਵਿੱਚ ਇਹੀ ਫਰਜ਼ ਹੈ ਵੀ ਜਿਹੜਾ ਵਰਗ ਜਿਹੜਾ ਹੈ ਉਹ ਲਗਾਤਾਰ ਕਿਸੇ ਵੀ ਕਾਰਨ ਤੋਂ ਅਮੀਰ ਹੁੰਦਾ ਜਾ ਰਿਹਾ ਤਾਂ ਉਹਦੇ ਉੱਤੇ ਟੈਕਸ ਲਾਇਆ ਜਾਵੇ। ਉੱਥੋਂ ਟੈਕਸ ਦੀ ਐਕਿਊਮੂਲੇਸ਼ਨ ਕਰਕੇ, ਟੈਕਸ ਨੂੰ ਇਕੱਠਾ ਕਰਕੇ ਪੈਸਾ ਜਿਹੜਾ ਚੈਨਲਾਈਜ਼ ਕੀਤਾ ਜਾ ਸਕੇ ਉਹਨਾਂ ਵਰਗਾਂ ਦੀ ਤਰਫ ਜਿਹੜੇ ਲੋਕ ਜ਼ਿਆਦਾ ਇਹਦੇ ਨਾਲ ਅਫੈਕਟ ਹੋ ਰਹੇ ਨੇ, ਗਰੀਬ ਜਿਹੜੇ ਲੋਕ ਹੋ ਰਹੇ ਨੇ ਉਹਨਾਂ ਵੱਲ ਨੂੰ। ਪਰ ਅਨਫੋਰਚੂਨੇਟਲੀ ਬੜੀ ਬਦਕਿਸਮਤੀ ਰਹੀ ਹੈ ਸਾਡੀ ਕਿ ਇਸ ਬਜਟ ਨੇ 25 ਸਾਲਾਂ ਦੀ ਗੱਲ ਕੀਤੀ ਹੈ ਅਗਲਿਆਂ ਦੀ, ਪਰ ਜਿਹੜੇ 25 ਮਹੀਨੇ ਹੈਗੇ ਆ ਉਹਨਾਂ ਵਾਸਤੇ ਘੱਟ ਦੇਖਿਆ। ਜਿਹੜੇ 25% ਲੋਕ ਹੈਗੇ ਨੇ ਉਹਨਾਂ ਵੱਲ ਬਿਲਕੁਲ ਜਿਹੜੇ ਲੋਅਰ ਸਟ੍ਰੇਟਾ ਦੇ ਵਿੱਚ ਤਬਦੀਲ ਹੋ ਚੁੱਕੇ ਨੇ, ਜਿਨ੍ਹਾਂ ਦੇ ਹਸਪਤਾਲਾਂ ਦੇ ਜ਼ਿਆਦਾ ਖਰਚੇ ਹੋਏ, ਜਿਹੜੇ ਪਾਵਰਟੀ ਦੇ ਵਿੱਚ ਚਲੇ ਗਏ ਨੇ, ਉਹਨਾਂ ਵਾਸਤੇ ਇਸ ਬਜਟ ਨੇ ਘੱਟ ਜਿਹੜੀ ਐਲੋਕੇਸ਼ਨਸ ਹੈ ਉਹ ਕੀਤੀਆਂ। ਦੇਖੋ ਜਦੋਂ ਮੈਂ ਜੇ ਨੰਬਰਾਂ ਦੇ ਵਿੱਚ ਜਾਵਾਂ ਤਾਂ ਪਹਿਲੀ ਚੀਜ਼ ਤਾਂ ਮਨਰੇਗਾ ਦੇ ਵਿੱਚ ਜਿਹਦੇ ਵਾਸਤੇ ਸਭ ਤੋਂ ਜ਼ਿਆਦਾ ਲੋੜ ਸੀ ਵੀ ਸਰਕਾਰ ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਵਾਏ, ਲੇਕਿਨ ਮਨਰੇਗਾ ਦੇ ਵਿੱਚ 73,000 ਕਰੋੜ ਦਾ 73,000 ਕਰੋੜ ਪਿਛਲੇ ਸਾਲ ਸੀ, 73,000 ਕਰੋੜ ਦੀ ਐਲੋਕੇਸ਼ਨ ਇਸ ਵਾਰੀ ਹੈ। ਜਦਕਿ ਸਾਨੂੰ ਇਹ ਸਮਝਣਾ ਪਏਗਾ ਕਿ ਐਤਕੀ ਸਰਕਾਰ ਨੂੰ 73 ਨਹੀਂ 98,000 ਕਰੋੜ ਰੁਪਈਆ ਦੇਣਾ ਪਿਆ, ਐਡੀਸ਼ਨਲ ਪੈਸਾ ਸਰਕਾਰ ਵੱਲੋਂ ਲੱਗਾ। ਔਰ ਫਿਰ ਜੇ ਅਸੀਂ 73,000 ਕਰੋੜ ਦੀ ਗੱਲ ਵੀ ਕਰਦੇ ਵੀ ਮੰਨ ਲਈਏ ਅਸੀਂ 73,000 ਕਰੋੜ ਰੁਪਈਆ ਸਰਕਾਰ ਨੇ ਦਿੱਤਾ, ਤਾਂ ਇਹਦੇ ਚੋਂ ਕਾਫੀ ਪੈਸਾ ਜਿਹੜਾ ਹੈ ਉਹ ਤਾਂ ਉਹ ਜਿਹੜਾ ਹੈ ਉਹ ਪਿਛਲਾ ਜਿਹੜੀਆਂ ਬਕਾਇਆ ਹੈਗਾ ਉਹਦੇ ਵਾਸਤੇ ਹੀ ਚਲੇ ਜਾਏਗਾ। ਤਾਂ ਨੈਟ ਸਰਕਾਰ ਨੇ ਇੱਥੇ ਲੋਕਾਂ ਦੇ ਨਾਲ ਧੱਕਾਸ਼ਾਹੀ ਕੀਤੀ ਹੈ, ਜਿੱਥੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਨੌਕਰੀਆਂ ਜਾਂ ਸਿੱਧਾ ਪੈਸਾ ਤਬਦੀਲ ਕਰਨ ਦੇ ਵਿੱਚ ਸਰਕਾਰ ਫੇਲ ਹੋਈ ਹੈ। ਪੀਐਮ ਕਿਸਾਨ ਦੇ ਵਿੱਚ ਸਿਰਫ 500 ਕਰੋੜ ਦੀ ਜਿਹੜੀ ਰਾਸ਼ੀ ਹੈ ਉਹ ਮੁਹੱਈਆ ਕਰਵਾਈ ਹੈ ਜ਼ਿਆਦਾ। ਪਹਿਲਾਂ 67,500 ਕਰੋੜ ਸੀ, ਐਤਕੀ 68,000 ਕਰੋੜ ਕੀਤੀ ਹੈ। ਉਸ ਤੋਂ ਬਾਅਦ ਜਿਹੜੀ ਕ੍ਰੌਪ ਇੰਸ਼ੋਰੈਂਸ ਹੈ, ਫਸਲ ਦਾ ਬੀਮਾ, ਉਹਦੇ ਵਾਸਤੇ ਤਾਂ ਸਰਕਾਰ ਨੇ ਘਟਾਤਾ, ਜਿਹੜੀ ਐਲੋਕੇਸ਼ਨ ਹੈ ਉਹੀ ਘਟਾਤੀ ਹੈ। ਇਹਦਾ ਮਤਲਬ ਹੈ ਵੀ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਵੀ ਮੌਨਸੂਨ ਵਧੀਆ ਹੋਏਗਾ, ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਕਿਤੇ ਖਰਾਬ ਨਹੀਂ ਹੋਣਗੀਆਂ, ਸਭ ਕੁਝ ਠੀਕ ਰਹੇਗਾ, ਉਹਦੇ ਵਾਸਤੇ ਸਰਕਾਰ ਨੇ ਐਲੋਕੇਸ਼ਨ ਘਟਾਈ ਹੈ। ਫਿਰ ਜਿਹੜੀ ਉਜਵਲਾ ਵਰਗੀ ਸਕੀਮ ਹੈ ਜਿਹਦੇ ਚ ਫ੍ਰੀ ਸਿਲੰਡਰ ਲੋਕਾਂ ਨੂੰ ਜਾਂਦੇ ਨੇ, ਉਹਦੇ ਉੱਤੇ ਵੀ ਸਰਕਾਰ ਨੇ ਐਲੋਕੇਸ਼ਨ ਜਿਹੜੀ ਹੈ ਘਟਾਤੀ ਹੈ। ਪਹਿਲਾਂ ਦੇਖੋ ਜੀ 9,000 ਕਰੋੜ ਦੀ ਐਲੋਕੇਸ਼ਨ ਸੀ, ਐਤਕੀ ਸਿਰਫ 800 ਕਰੋੜ ਰੁਪਈਆ ਸਰਕਾਰ ਨੇ ਉਹਦੇ ਉੱਤੇ ਰੱਖਿਆ ਹੈਗਾ। ਦੇਖੋ 8,000 ਕਰੋੜ ਦੀ ਐਲੋਕੇਸ਼ਨ ਸਰਕਾਰ ਨੇ ਉਜਵਲਾ ਦੇ ਸਿਲੰਡਰਾਂ ਦੇ ਲਈ ਘਟਾਤੀ ਹੈ। ਫਿਰ ਜਿਹੜੀ ਫੂਡ ਸਬਸਿਡੀ ਹੈਗੀ ਹੈ, ਜਿੱਦਾਂ 80 ਕਰੋੜ ਲੋਕਾਂ ਨੂੰ ਸਰਕਾਰ ਨੇ ਰਾਸ਼ਨ ਦਿੱਤਾ ਸੀਗਾ, ਉਹਦੇ ਵਾਸਤੇ ਵੀ ਸਰਕਾਰ ਨੇ ਬਜਟ ਦੇ ਵਿੱਚ ਐਲੋਕੇਸ਼ਨ ਘਟਾਤੀ ਹੈ।
ਤੇ ਫਰਟੀਲਾਈਜ਼ਰ, ਫੂਡ, ਜਿਹੜਾ ਪੈਟਰੋਲੀਅਮ, ਜਿਹੜਾ ਮੇਨ ਚੀਜ਼ ਹੈ, ਕਿਉਂਕਿ ਪੈਟਰੋਲ ਦੇ ਰੇਟ ਇਸ ਵੇਲੇ ਇਲੈਕਸ਼ਨਾਂ ਕਰਕੇ ਖੜੇ ਹੋਏ ਆ। ਜਦੋਂ ਇਹ ਪੰਜ ਜਿਹੜੀਆਂ ਸੂਬਿਆਂ ਦੀਆਂ ਇਲੈਕਸ਼ਨਾਂ ਹੋ ਗਈਆਂ 10 ਮਾਰਚ ਨੂੰ, ਰੇਟ ਵਧਨੇ ਆ, ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੱਚੇ ਤੇਲ ਦੇ ਰੇਟ ਬਹੁਤ ਜ਼ਿਆਦਾ ਛਾਲਾਂ ਮਾਰ ਰਹੇ ਨੇ। ਤੇ ਇਹ ਤਾਂ ਸਿਰਫ ਇਲੈਕਸ਼ਨਾਂ ਕਰਕੇ ਸਾਡੇ ਕੋਲ ਇਹ ਤੇਲ ਦੇ ਰੇਟ ਗਿਰੇ ਹੋਏ ਆ, ਔਰ ਸਰਕਾਰ ਨੇ ਉਹਦੇ ਉੱਤੇ ਵੀ ਸਬਸਿਡੀ ਘਟਾਤੀ। ਇਹਦਾ ਮਤਲਬ ਹੈ ਵੀ LPG ਗੈਸ, ਪੈਟਰੋਲ, ਡੀਜ਼ਲ ਲੋਕੀ ਤਿਆਰ ਹੋ ਜਾਣ, ਕਮਰ ਕੱਸ ਲੈਣ, ਇਹਦੇ ਰੇਟ ਵਧਣ ਲੱਗੇ। ਯਾਨੀ ਕਿ ਜੋ ਆਮ ਲੋਕ ਨੇ ਉਹਨਾਂ ਉੱਤੇ ਹੋਰ ਭਾਰ ਪੈਣ ਲੱਗਾ। ਤੁਸੀਂ ਜਦੋਂ ਵੀ ਸ਼ੇਪ, ਯੂ ਸ਼ੇਪ, ਕੇ ਸ਼ੇਪ ਦੀ ਗੱਲ ਕਰ ਰਹੇ ਸੀ, ਉਦੋਂ ਮੈਂ ਸਮਾਈਲ ਦੇ ਰਿਹਾ ਸੀ ਤੇ ਮੇਰੇ ਦਰਸ਼ਕ ਇਹ ਸੋਚ ਰਹੇ ਹੋਣਗੇ ਕਿ ਮੈਂ ਸਮਾਈਲ ਕਿਉਂ ਦੇ ਰਿਹਾ। ਮੈਂ ਇਸ ਕਰਕੇ ਸਮਾਈਲ ਦੇ ਰਿਹਾ ਕਿ ਆਮ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਣੀ ਕਿ ਵੀ ਸ਼ੇਪ, ਯੂ ਸ਼ੇਪ, ਕੇ ਸ਼ੇਪ ਕੀ ਆ। ਉਹ ਤਾਂ ਸਿੱਧੀ ਸਾਦੀ ਗੱਲ ਕਰਨਗੇ ਵੀ ਦੱਸੋ ਸਾਡੇ ਪੱਲੇ ਕੀ ਪਿਆ, ਸਾਡੇ ਉੱਤੇ ਬੋਝ ਕਿੰਨਾ ਕੁ ਪਿਆ। 25 ਸਾਲ ਦੀ ਗੱਲ ਕਰ ਰਹੀ ਹੈ ਸਰਕਾਰ ਇਸ ਬਜਟ ਨੂੰ ਲੈ ਕੇ, ਤੇ ਮੈਂ ਇੱਥੇ JM ਕੇਨਸ ਦੀ ਇੱਕ ਸਟੇਟਮੈਂਟ ਦੁਹਰਾਉਣਾ ਚਾਹੁੰਦਾ, ਜੋ ਬਹੁਤ ਜਾਣੇ ਮਾਣੇ ਇਕੋਨੋਮਿਸਟ ਨੇ। ਇਨ ਦੀ ਲੌਂਗ ਰਨ ਵੀ ਵਿਲ ਆਲ ਡਾਈ, ਕਿਉਂਕਿ ਲੰਬੇ ਸਮੇਂ ਦੇ ਵਿੱਚ ਅਸੀਂ ਸਾਰਿਆਂ ਨੇ ਮਰ ਜਾਣਾ। ਇਸ ਕਰਕੇ 25 ਸਾਲ ਦੇਖੇ ਨੇ ਤਾਂ ਕਿਨੇ ਦੇਖੇ ਨੇ, ਇਸ ਕਰਕੇ 25 ਸਾਲ ਦਾ ਵਕਫਾ ਬਹੁਤ ਲੰਬਾ ਵਕਫਾ ਹੈ। ਤੇ ਅਸੀਂ ਇੱਥੇ ਗੱਲ ਇਹ ਕਰਾਂਗੇ ਰਾਜੀਵ ਜੀ ਕਿ ਜੋ ਆਤਮ ਨਿਰਭਰ ਭਾਰਤ ਦਾ ਸੁਪਨਾ ਹੈ ਆਮ ਲੋਕਾਂ ਨੂੰ ਲੈ ਕੇ, ਉਹ ਸੁਪਨਾ ਕਿੱਥੇ ਖੜਾ ਹੈ? ਦੇਖੋ ਜੀ, ਆਤਮ ਨਿਰਭਰ ਦੇ ਬਾਰੇ ਮੈਂ ਪਹਿਲਾਂ ਜ਼ਿਕਰ ਕੀਤਾ, ਮੈਂ ਉਸੇ ਚੀਜ਼ ਨੂੰ ਫੇਰ ਦੁਬਾਰਾ ਦੱਸ ਦਿੰਦਾ। ਆਤਮ ਨਿਰਭਰ ਭਾਰਤ ਜਿਹੜੀ ਇੱਕ ਸਕੀਮ ਹੈ, ਜਿਹੜੀ ਬਿਲਕੁਲ ਠੀਕ ਹੈ, ਲੇਕਿਨ ਇਹਦੀ ਇੰਪਲੀਮੈਂਟੇਸ਼ਨ ਜਿਹੜੀ ਹੋ ਰਹੀ ਹੈ ਉਹ ਪ੍ਰੋਬਲਮੈਟਿਕ ਹੈ। ਸਰਕਾਰ ਇਹਨੂੰ ਇੰਪਲੀਮੈਂਟ ਠੀਕ ਨਹੀਂ ਕਰ ਰਹੀ। ਇੰਪਲੀਮੈਂਟੇਸ਼ਨ ਦੇ ਵਿੱਚ ਚਾਹੀਦਾ ਕੀ ਸੀਗਾ ਵੀ ਜਿੱਥੋਂ ਸਾਨੂੰ ਕੱਚਾ ਸਮਾਨ ਆਉਂਦਾ ਹੈ ਜਿਹੜੇ ਮੁਲਕਾਂ ਤੋਂ, ਉਹਨਾਂ ਮੁਲਕਾਂ ਦੇ ਨਾਲ ਸਰਕਾਰ ਡਾਇਰੈਕਟ ਟ੍ਰੀਟੀ ਕਰੇ। ਔਰ ਬਦਕਿਸਮਤੀ ਰਹੀ ਹੈ ਕਿ ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਕੋਈ ਫੋਰਨ ਟ੍ਰੇਡ ਐਗਰੀਮੈਂਟ ਨਹੀਂ ਹੋਏ ਕਿਸੇ ਵੀ ਮੁਲਕ ਦੇ ਨਾਲ। ਹਾਂ, ਹੁਣ ਜ਼ਰੂਰ ਗੱਲ ਚੱਲ ਰਹੀ ਹੈ ਇੰਗਲੈਂਡ ਦੇ ਨਾਲ ਜਾਂ ਆਸਟ੍ਰੇਲੀਆ ਦੇ ਨਾਲ ਵੀ ਅਸੀਂ ਫੋਰਨ ਟ੍ਰੇਡ ਐਗਰੀਮੈਂਟ ਕਰ ਲਈਏ ਤਾਂ ਹੋ ਸਕਦਾ ਉਹਦੇ 'ਚ ਕੋਈ ਚੀਜ਼ ਸਸਤੀ ਮਿਲ ਜਾਏ, ਪਰ ਉਹ ਵੀ ਉਹਨਾਂ ਦੀ ਜ਼ਿਆਦਾ ਜ਼ਰੂਰਤ ਹੈ। ਜਦੋਂ ਇੰਗਲੈਂਡ ਜਾਂ ਯੂਨਾਈਟਿਡ ਕਿੰਗਡਮ ਬ੍ਰੈਕਸਿਟ ਦੇ ਵਿੱਚੋਂ ਦੀ ਨਿਕਲ ਗਈ ਹੈ ਤਾਂ ਉਹਨਾਂ ਦੀ ਜ਼ਿਆਦਾ ਜ਼ਰੂਰਤ ਹੈ, ਉਹ ਆਪਣੇ ਸਾਥੀ ਲੱਭਦੇ ਫਿਰਦੇ ਆ। ਅਸੀਂ ਤਾਂ ਆਰਾਮ ਦੇ ਨਾਲ ਬੈਠੇ ਆ, ਅਸੀਂ ਹਜੇ ਤੱਕ ਵੀ ਉਸ ਦੇ ਬਾਰੇ ਕੋਈ ਬੋਝ ਨਹੀਂ ਪਾਇਆ ਵੀ ਸਾਡਾ ਫੋਰਨ ਟ੍ਰੇਡ ਐਗਰੀਮੈਂਟ ਹੋਣਾ ਚਾਹੀਦਾ। ਇਦਾਂ ਹੀ RCEP, ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਜਿਹੜੀ ਆਈ ਸੀ, ਜਿਹੜਾ ਗਲੋਬਲੀ ਸਭ ਤੋਂ ਵੱਡਾ ਇੱਕ ਪਾਰਟਨਰਸ਼ਿਪ ਪ੍ਰੋਗਰਾਮ ਬਣਨ ਲੱਗਾ ਸੀ, ਅਸੀਂ ਉਹਦੇ ਤੋਂ ਵੀ ਪਿੱਛੇ ਹੋ ਗਏ ਹਾਂ। ਉਹਦੇ ਉੱਤੇ ਅਸੀਂ ਨੈਗੋਸ਼ੀਏਸ਼ਨ ਕਰਕੇ ਜ਼ਰੂਰ ਜਾਇਆ ਜਾ ਸਕਦਾ ਸੀਗਾ। ਤਾਂ ਲੋੜ ਇਸ ਵੇਲੇ ਹੈ ਆਤਮ ਨਿਰਭਰ ਭਾਰਤ ਜ਼ਰੂਰ ਕਰੋ, ਲੇਕਿਨ ਆਤਮ ਨਿਰਭਰ ਦੇ ਚੱਕਰ ਦੇ ਵਿੱਚ ਅਸੀਂ ਆਮ ਲੋਕਾਂ ਨੂੰ ਨਾ ਪੀਸ ਦਈਏ। ਆਮ ਲੋਕਾਂ ਦੀ ਆਲਰੇਡੀ ਜਿਹੜੀ ਨੌਕਰੀਆਂ, ਉਹਨਾਂ ਦੇ ਉੱਤੇ ਫਰਕ ਆ ਚੁੱਕਾ। ਆਮ ਲੋਕਾਂ ਦੀ ਜਿਹੜੇ ਇਨਫਲੇਸ਼ਨ ਹੈ ਉਹ ਆਲਰੇਡੀ ਉਹਦੀ ਭੇਟ ਚੜ ਚੁੱਕੇ ਹੈ। ਤਾਂ ਹੋਰ ਉਹਨਾਂ ਨੂੰ ਨਾ ਪੀਸੀਏ, ਹੋਰ ਨਾ ਦੁਖੀ ਕਰੀਏ। ਇਹਦੇ ਵਾਸਤੇ ਸਰਕਾਰਾਂ ਨੂੰ ਠੀਕ ਤਰੀਕੇ ਦੇ ਕਦਮ ਚੁੱਕਣ ਦੀ ਲੋੜ ਹੈ। ਮੈਂ ਦੁਬਾਰਾ ਇਸੇ ਕਰਕੇ ਆਤਮ ਨਿਰਭਰ ਭਾਰਤ ਦੀ ਗੱਲ ਕੀਤੀ ਤਾਂ ਕਿ ਆਮ ਲੋਕਾਂ ਦੀ ਸਥਿਤੀ ਨੂੰ ਤੁਸੀਂ ਐਜ਼ ਐਨ ਇਕੋਨੋਮਿਸਟ ਚੰਗੀ ਤਰ੍ਹਾਂ ਅੰਡਰਲਾਈਨ ਕਰ ਦਿਓ। ਸੋ ਅੱਗੇ ਵਧਦੇ ਹਾਂ ਅਸੀਂ ਕਿ ਹੁਣ ਆਈਆਂ ਨੇ ਚੋਣਾਂ ਦੀ ਗੱਲ ਕਰੀਏ ਤਾਂ 5 ਸਟੇਟਸ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਭਾਰਤ ਦੀਆਂ। ਤਾਂ ਇਹ ਸਟੇਟਸ ਜਿਹੜੀਆਂ ਵੱਖੋ ਵੱਖ ਸਾਡੇ ਭਾਰਤ ਦੇ ਵਿੱਚ ਨੇ, ਉਹਨਾਂ ਨੇ ਕੀ ਖੱਟਿਆ ਇਸ ਬਜਟ ਵਿੱਚੋਂ, ਤੇ ਪੰਜਾਬ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਜ਼ਰੂਰ ਕਲੀਅਰ ਕਰੋ। ਪੰਜਾਬ ਵਰਗੇ ਜਿਹੜਾ ਸੂਬਾ, ਜਿਹੜਾ ਬਹੁਤ ਜ਼ਿਆਦਾ ਹੈਵੀਲੀ, 3.25 ਲੱਖ ਕਰੋੜ ਦਾ ਸਾਡੇ ਉੱਤੇ ਕਰਜ਼ਾ ਹੈ, ਤਾਂ ਮੈਨੂੰ ਲੱਗਦਾ ਪੰਜਾਬ ਨੂੰ ਤਾਂ ਬਹੁਤਾ ਫਾਇਦਾ ਨਹੀਂ ਹੋਣਾ। ਜੋ ਮੈਂ ਇਸ ਬਜਟ ਤੋਂ ਐਨਾਲਾਈਜ਼ ਕਰ ਰਿਹਾ, ਭਾਵੇਂ ਵਿੱਤ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਟੇਟਸ ਦੇ ਲਈ, ਹਿੰਦੁਸਤਾਨ ਦੀਆਂ ਸਾਰੀਆਂ ਸਟੇਟਸ ਦੇ ਲਈ ਅਸੀਂ 1 ਲੱਖ ਕਰੋੜ ਦਾ ਜਿਹੜਾ ਵਿਆਜ ਰਹਿਤ ਜਿਹੜਾ 1 ਲੱਖ ਕਰੋੜ ਰੁਪਏ ਦਾ ਕਰਜ਼ਾ ਦੇਣ ਨੂੰ ਤਿਆਰ ਹੈ ਸਟੇਟਸ ਨੂੰ। ਪਰ ਹੁਣ ਸਮੱਸਿਆ ਇਹ ਆਉਂਦੀ ਹੈ ਨਾ, ਇਹ ਕਰਜ਼ਾ ਉਹ ਲੋਕ ਤਾਂ ਲੈ ਸਕਦੇ ਆ ਜਿਹੜੀਆਂ ਸਟੇਟਸ ਡੈਟ ਫ੍ਰੀ ਹੈਗੇ, ਜਿਨ੍ਹਾਂ ਦੇ ਕੋਲ ਕਰਜ਼ੇ ਦਾ ਭਾਰ ਨਹੀਂ ਹੈ। ਹੁਣ ਪੰਜਾਬ 'ਚ ਇਹਦੇ ਚੋਂ ਮੰਨ ਲਓ 5-10 ਹਜ਼ਾਰ ਕਰੋੜ ਰੁਪਈਆ ਲੈਣ ਦੀ ਕੋਸ਼ਿਸ਼ ਵੀ ਕਰਦੀ, 2000 ਕਰੋੜ ਰੁਪਈਆ, ਚਲੋ ਕੁਝ ਵੀ ਜਿਹੜਾ ਵੀ ਅਮਾਉਂਟ ਲੈਣ ਦੀ ਕੋਸ਼ਿਸ਼ ਕਰਦੀ ਹੈ, ਪੰਜਾਬ ਦੇ ਉੱਤੇ ਤਾਂ ਉਸ ਕਰਜ਼ੇ ਨੂੰ ਵਿਆਜ ਤੋਂ ਤੁਸੀਂ ਬਚ ਗਏ, ਪਰ ਬਾਕੀ ਤਾਂ ਕਰਜ਼ਾ ਦੇਣਾ ਪਏਗਾ ਨਾ। ਅਸੀਂ 3.25 ਲੱਖ ਕਰੋੜ ਦੇ ਉੱਤੇ ਪਹਿਲਾਂ ਖੜੇ ਆ, 2-4-5 ਹਜ਼ਾਰ ਕਰੋੜ ਰੁਪਈਆ ਸਾਡੇ ਲੇਖੇ ਹੋਰ ਲੱਗ ਜਾਏਗਾ। ਤਾਂ ਇਹ ਪੰਜਾਬ ਦੇ ਲਈ ਕੋਈ ਬਹੁਤੀ ਵੱਡੀ ਅੱਛੀ ਡਿਵੈਲਪਮੈਂਟ ਨਹੀਂ ਹੈਗੀ। ਉਹਨਾਂ ਸਟੇਟਸ ਦੇ ਲਈ ਇਹ ਠੀਕ ਹੈ ਜਿਨ੍ਹਾਂ ਦੇ ਵਿੱਚ
ਕਰਜ਼ਾ ਨਹੀਂ ਹੈਗਾ। ਦੂਜੀ ਜਿਹੜੀ ਗੱਲ ਇਹਦੇ ਚ ਆਉਂਦੀ ਹੈ ਵੀ ਜਿਹੜੀ ਸਰਕਾਰ ਨੇ ਬੜਾ ਨਾ ਚਲਾਕੀ ਦੇ ਨਾਲ ਇੱਕ ਕਦਮ ਚੱਕਿਆ। ਸਰਕਾਰ ਨੇ ਕਿਹਾ ਵੀ ਜਿਹੜੀਆਂ ਐਵਰੇਜ ਜਿਹੜਾ ਹੈ ਕਰਜ਼ਾ ਜੇ ਸਟੇਟਾਂ ਦੇ ਉੱਤੇ 4.7% ਹੈਗਾ GSDP ਦਾ। ਹੁਣ ਇਹ ਥੋੜਾ ਜਿਹਾ ਟੈਕਨੀਕਲ ਟਰਮ ਹੈ, ਮੈਨੂੰ ਕੋਸ਼ਿਸ਼ ਕਰਦਾ ਵੀ ਖੋਲ ਕੇ ਸਮਝਾ ਸਕਾਂ। ਵੀ ਜੇ ਅਸੀਂ 100 ਰੁਪਏ ਦਾ ਅਸੀਂ ਕੋਈ ਉਤਪਾਦਨ ਕਰਦੇ ਹਾਂ ਤਾਂ ਉਹਦੇ ਚੋਂ 4.5 ਰੁਪਏ ਜਿਹੜਾ ਹੈ ਕਰਜ਼ਾ ਹੈਗਾ ਲਿੱਤਾ ਹੋਇਆ, ਉਹ ਉਤਾਰਨਾ ਪੈਂਦਾ ਸਾਨੂੰ, ਉਹਦੇ ਤੇ ਵਿਆਜ ਵੀ ਦੇਣਾ ਪੈਂਦਾ। ਤਾਂ ਏਦਾਂ ਹੁਣ ਸਰਕਾਰ ਕਹਿ ਰਹੀ ਹੈ ਕਿ GSDP ਦਾ ਜਿੰਨੀ ਪ੍ਰੋਡਕਸ਼ਨ ਹੁੰਦੀ ਹੈ ਉਹਦਾ ਸਟੇਟਾਂ ਦੇ ਉੱਤੇ 4.7% ਉਹਦਾ ਭਾਰ ਹੈ ਜੀ। ਇਸ ਭਾਰ ਨੂੰ ਲਾਉਣ ਦੇ ਲਈ ਕੇਂਦਰ ਦੇ ਉੱਤੇ ਵੀ ਹੈ, ਇਦਾਂ ਨਹੀਂ ਹੈ ਕਿ ਕੇਂਦਰ ਦੇ ਉੱਤੇ ਨਹੀਂ ਹੈ, ਕੇਂਦਰ ਦੇ ਉੱਤੇ ਵੀ ਭਾਰ ਹੈ, ਲੇਕਿਨ ਕੇਂਦਰ ਦੇ ਉੱਤੇ 6.9% ਜਿਹਨੂੰ ਅਸੀਂ ਫਿਸਕਲ ਡੈਫਿਸਿਟ ਕਹਿੰਦੇ ਹਾਂ, ਅੰਗਰੇਜ਼ੀ ਦੇ ਵਿੱਚ ਇਹਦਾ ਅੱਖਰ ਜਿਹੜਾ ਹੈਗਾ ਉਹ ਹੈਗਾ ਫਿਸਕਲ ਡੈਫਿਸਿਟ। ਜਿਹੜੀਆਂ ਸਟੇਟਸ ਦੇ ਕਰਜ਼ੇ ਜਿਹੜੇ 4.7% ਹੈ ਔਰ ਜਿਹੜੀ ਸੈਂਟਰ ਦਾ ਕਰਜ਼ਾ ਹੈਗਾ 6.9% ਹੈ। ਹੁਣ ਗੱਲ ਏਦਾਂ ਹੈ ਵੀ ਇਹਦੇ ਵਾਸਤੇ ਇਸ ਕਰਜ਼ੇ ਨੂੰ ਥੱਲੇ ਲੈ ਕੇ ਆਉਣ ਵਾਸਤੇ ਕੇਂਦਰ ਸਰਕਾਰ ਨੇ ਆਪਣੇ ਆਪ ਨੂੰ 3 ਸਾਲ ਦਾ ਟਾਈਮ ਦਿੱਤਾ ਹੈ ਵੀ ਅਸੀਂ ਇਸ ਕਰਜ਼ੇ ਤੋਂ ਨਿਜਾਤ ਪਾਵਾਂਗੇ ਜਾਂ ਹੌਲੀ ਹੌਲੀ ਕਰਜ਼ਾ ਥੱਲੇ ਲੈ ਕੇ ਆਵਾਂਗੇ। ਹੁਣ ਇਹਦੇ ਵਾਸਤੇ ਕੇਂਦਰ ਨੇ ਆਪਣੇ ਆਪ ਨੂੰ 3 ਸਾਲ ਦਾ ਟਾਈਮ ਦੇ ਦਿੱਤਾ, ਪਰ ਜਿਹੜੇ ਸਟੇਟਸ ਜਿਹੜੀ ਜਾਂ ਜਿਹੜੇ ਸੂਬੇ ਹੈ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਇੱਕੋ ਸਾਲ ਦੇ ਵਿੱਚ ਆਪਣੇ ਆਪ ਨੂੰ 4.7% ਤੋਂ ਆਫਲੋਡ ਕਰਨਾ ਹੈ, ਘਟਾਉਣਾ ਹੈ, ਆਪਣੇ ਕਰਜ਼ੇ ਲਾਉਣੇ ਹੈ, ਘਟਾਣੇ 4% ਤੇ ਲੈ ਕੇ ਆਉਣੇ। ਹੁਣ ਇਹਦਾ ਸਿੱਧਾ ਮਤਲਬ ਇਹ ਹੈ ਵੀ ਸਟੇਟਾਂ ਜਿਹੜੀਆਂ ਨੇ ਜਾਂ ਤਾਂ ਪੈਸਾ ਕਮਾ ਲੈਣ ਤੇ ਜਾਂ ਲੋਕਾਂ ਦੇ ਟੈਕਸ ਲਾ ਕੇ ਜਾਂ ਲੋਕਾਂ ਦੇ ਉੱਤੇ ਖਰਚੇ ਘਟਾ ਦੇਣ, ਲੋਕ ਪੱਖੀ ਖਰਚੇ। ਔਰ ਸਭ ਤੋਂ ਸੌਖਾ ਕੰਮ ਹੁੰਦਾ ਸਟੇਟਸ ਜਿਹੜੀਆਂ ਹੁੰਦੀਆਂ ਨੇ ਉਹ ਲੋਕਾਂ ਦੇ ਉੱਤੇ ਖਰਚੇ ਘਟਾ ਦਿੰਦੇ ਨੇ, ਟੈਕਸ ਨਹੀਂ ਲਾਉਂਦੀਆਂ ਹੁੰਦੀਆਂ। ਖਾਸ ਕਰਕੇ ਜਦੋਂ ਚੋਣਾਂ ਸਾਹਮਣੇ ਹੋਣ ਤਾਂ ਪੰਜਾਬ ਵੈਸੇ ਹੀ ਨਹੀਂ ਟੈਕਸ ਲਾ ਸਕਦੀ, ਤਾਂ ਜਾਂ ਨਵੀਂ ਸਰਕਾਰ ਆਏਗੀ ਆਉਂਦੇ ਹੀ ਟੈਕਸ ਨਹੀਂ ਲਾਏਗੀ, ਉਹ ਹੌਲੀ ਹੌਲੀ ਟੈਕਸ ਲੱਗੇਗਾ, ਦੂਜੇ ਤੀਜੇ ਸਾਲ ਚ ਲੱਗੇਗਾ। ਲੇਕਿਨ ਇਸ ਵੇਲੇ ਆਉਂਦੇ ਹੀ ਸਰਕਾਰ ਕੀ ਕਰੇਗੀ, ਜਦੋਂ ਆਪਣਾ ਬਜਟ ਪੇਸ਼ ਕਰੇਗੀ ਪੰਜਾਬ ਸਰਕਾਰ, ਉਹ ਉਸ ਵੇਲੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਕੇਂਦਰ ਨੇ ਕਿਹਾ ਹੋਇਆ ਕਿ ਆਪਣੇ ਕਰਜ਼ੇ ਘਟਾ ਲਓ, ਤਾਂ ਉਹ ਕਰਜ਼ੇ ਘਟਾਉਣ ਵਾਸਤੇ ਲੋਕਾਂ ਦੇ ਉੱਤੇ ਖਰਚਾ ਜਿਹੜਾ ਘੱਟ ਕਰਨ ਦੀ ਕੋਸ਼ਿਸ਼ ਕਰੇਗੀ। ਤਾਂ ਕਿਸੇ ਤਰੀਕੇ ਵੀ ਜੇ ਨਹੀਂ ਵੀ ਕਰਦੀ ਮੰਨ ਲਓ, ਤਾਂ ਜੋ ਕੇਂਦਰ ਦਾ ਫਰਮਾਨ ਹੈ ਜੇ ਉਹ ਕਰਜ਼ਾ ਘੱਟ ਨਹੀਂ ਕਰੇਗੀ ਤਾਂ ਟੈਕਸ ਜ਼ਿਆਦਾ ਲਾਏਗੀ, ਕੁਛ ਨਾ ਕੁਛ ਤਾਂ ਹੋਏਗਾ। ਤਾਂ ਇਹ ਜਿਹੜਾ ਹੈ ਬਹੁਤ ਘਾਤਕ ਹੋਏਗਾ ਪੰਜਾਬ ਦੇ ਲਈ ਜਾਂ ਸਾਰੀਆਂ ਸੂਬਿਆਂ ਦੇ ਲਈ। ਜੀ ਰਾਜੀਵ ਜੀ, ਥੈਂਕ ਯੂ ਸੋ ਮਚ। ਤੁਸੀਂ ਬਜਟ ਦੇ ਉੱਤੇ ਬੜੀ ਪੁਖਤਾ ਜਾਣਕਾਰੀ ਦਿੱਤੀ ਹੈ, ਜਿਹਨੂੰ ਕਹਿੰਦੇ ਆ ਕਿ ਬਾਜ਼ ਅੱਖ ਦੇ ਨਾਲ। ਸੋ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਸਰ। ਸੋ ਅਸੀਂ ਰਾਜੀਵ ਜੀ ਨੂੰ ਸੁਣਿਆ ਕਿ ਇਹ ਹੈ ਸਾਡੀ ਇਕਨੋਮੀ ਦਾ ਹਾਲ, ਤੇ ਅਸੀਂ ਲੱਗੇ ਹੋਏ ਹਾਂ ਗੋਟੀਆਂ ਫਿੱਟ ਕਰਨ। ਮੈਂ ਇਹ ਬਣ ਜਾਵਾਂ, ਮੈਂ ਇਹ ਕੁਰਸੀ ਤੇ ਬੈਠ ਜਾਵਾਂ, ਮੈਨੂੰ ਟਿਕਟ ਦਿਓ, ਮੇਰੇ ਪੁੱਤਰ ਨੂੰ ਟਿਕਟ ਦਿਓ, ਨਹੀਂ ਤਾਂ ਮੈਂ ਤੁਹਾਡੀ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਚੱਲਿਆ, ਮੈਨੂੰ ਚਿਹਰਾ ਐਲਾਨ ਦਿਓ। ਅਸੀਂ ਇਹਨਾਂ ਝਗੜਿਆਂ 'ਚ ਪਏ ਹੋਏ ਹਾਂ। ਤੇ ਇਕਨੋਮੀ ਦਾ ਕੀ ਹਾਲ ਹੈ, ਰੋਜ਼ੀ ਰੋਟੀ ਦਾ ਕੀ ਹਾਲ ਹੈ, ਅਰਥਚਾਰੇ ਦਾ ਕੀ ਹਾਲ ਹੈ, ਅਸੀਂ ਸਾਰੇ ਸੁਣ ਰਹੇ ਸੀ ਆਪਣੇ ਮਾਹਿਰ ਕੋਲੋਂ। ਸਾਨੂੰ ਸੋਝੀ ਕਦੋਂ ਆਉਣੀ ਹੈ, ਕਦੋਂ ਸਮਝਾਂਗੇ, ਕਦੋਂ ਆਪਣੇ ਪੰਜਾਬ ਨੂੰ ਸੰਭਾਲਾਂਗੇ, ਜਿਹੜੇ ਅਸੀਂ ਇੱਕ ਦੂਜੇ ਨਾਲ ਲੜੀ ਜਾਂਦੇ ਹਾਂ ਬਿਆਨਬਾਜ਼ੀਆਂ ਕਰਕੇ, ਗੱਲੀ ਬਾਤੀ ਅਸੀਂ ਇੱਕ ਦੂਜੇ ਦੇ ਉੱਤੇ ਚਾਰਜ ਸ਼ੀਟ ਲਗਾਉਂਦੇ ਹਾਂ ਕਿ ਮੈਨੂੰ ਜ਼ਿਆਦਾ ਸਪੇਸ ਮਿਲ ਜਾਵੇ, ਮੈਨੂੰ ਜ਼ਿਆਦਾ ਪਰਸੈਂਟੇਜ ਮਿਲ ਜਾਵੇ ਵੋਟਾਂ ਦੀਆਂ। ਤਾਂ ਠੀਕ ਹੈ, ਸਿਆਸਤ ਆਪਣੀ ਜਗ੍ਹਾ ਹੈ, ਪਰ ਅਸੀਂ ਆਮ ਲੋਕਾਂ ਨੂੰ ਨਾ ਭੁੱਲੀਏ ਜਿਨ੍ਹਾਂ ਦਾ ਰੋਜ਼ ਦਾ ਮਸਲਾ ਰੋਜ਼ੀ ਰੋਟੀ ਦਾ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।